ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ 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 ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਸੋਏ ਦੋਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਲੀ ਤੁਰਨ ਤਨ ਬੈਸ ਤਿਨ ਪ੍ਰਤ ਬ੍ਰਿਧਤ ਖਾਲਸਾ ਦੂਜ ਚੰਦ ਨਭ ਜੈਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ, ਜਦੋਂ ਹਿੰਦੂ ਮਤ ਦੇ ਲੋਕ ਨਰਾਤਿਆਂ ਵਿੱਚ ਦੇਵੀ ਦੀ ਯਾਤਰਾ ਤੇ ਜਾਂਦੇ ਹਨ, ਦੇਵੀ ਦੀ ਪੂਜਾ ਕਰਦੇ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸੇ ਦਾ ਧਿਆਨ ਜਿਹੜਾ ਹੈ ਉਹ ਪਰਮੇਸ਼ਰ ਨਾਲ ਜੋੜਿਆ, ਨਿਆਰਾਪਣ ਬਖਸ਼ਿਆ। ਇਸ ਕਰਕੇ ਸਤਿਗੁਰਾਂ ਨੇ ਫਿਰ ਉਹਨਾਂ ਦਿਨਾਂ ਦੇ ਵਿੱਚ ਖਾਲਸੇ ਨੂੰ ਸ਼ਸਤਰਾਂ ਦੀ ਪੂਜਾ ਦਾ ਹੁਕਮ ਦਿੱਤਾ। ਜਿਸ ਤਰ੍ਹਾਂ ਦੁਸ਼ਹਿਰੇ ਤੇ ਵੀ ਸ੍ਰੀ ਹਜ਼ੂਰ ਸਾਹਿਬ ਵਿਖੇ ਸਾਰੇ ਸ਼ਸਤਰਾਂ ਨੂੰ ਬਾਹਰ ਕੱਢ ਕਰਕੇ ਉਹਨਾਂ ਦੀ ਸਫਾਈ ਕੀਤੀ ਜਾਂਦੀ ਹੈ, ਪੂਜਾ ਅਰਚਨਾ ਹੁੰਦੀ ਹੈ ਸ਼ਸਤਰਾਂ ਦੀ। ਤੋਂ ਪਿੱਛੇ ਸ਼ਸਤਰਾਂ ਨੇ ਸਤਿਗੁਰਾਂ ਨੇ ਸ਼ਸਤਰਾਂ ਦੇ ਬੇਅੰਤ ਨਾਮ ਲੈ ਕੇ ਉਹਨਾਂ ਦੀ ਮਹਿਮਾ ਦੱਸੀ। ਉਹਨਾਂ ਦੀ ਇੱਕ ਬਾਣੀ ਹੈ, ਉਹਦੇ ਵਿੱਚ ਵੀ ਸ਼ਸਤਰਾਂ ਦੇ ਬੇਅੰਤ ਨਾਮ ਦੱਸੇ ਹਨ। ਸ਼ਸਤਰ ਨਾਮ ਮਾਲਾ ਉਸ ਦਾ ਨਾਮ ਹੈ। ਸ਼ਸਤਰਾਂ ਦੀ ਮਹਿਮਾ ਦੱਸੀ ਹੈ। ਇਹ ਵਿਚਾਰਾ ਆਪਾਂ ਪਿੱਛੇ ਸਰਵਣ ਕਰ ਰਹੇ ਸੀ। ਆਓ ਅੱਗੇ ਭਾਈ ਸੰਤੋਖ ਸਿੰਘ ਕਵੀ ਲਿਖਦੇ ਹਨ ਕਿ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਵਾਨੀ ਵਿੱਚ ਪਹੁੰਚ ਗਏ ਹਨ। ਚਿਹਰੇ ਉੱਪਰ ਸੁੰਦਰ ਕਾਲਾ ਦਾੜਾ ਚਮਕ ਰਿਹਾ ਹੈ ਔਰ ਸਰੀਰ ਵੱਡਾ ਹੁੰਦਾ ਜਾ ਰਿਹਾ ਹੈ, ਤੇ ਇਸ ਦੇ ਨਾਲ ਨਾਲ ਹੀ ਜੋ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ, ਉਹ ਵੀ ਦੂਜ ਦੇ ਚੰਦ ਦੀ ਤਰ੍ਹਾਂ ਵੱਧਦਾ ਜਾ ਰਿਹਾ ਹੈ। ਦੂਜ ਤੋਂ ਬਾਅਦ ਚੰਦਰਮਾ ਥੋੜਾ ਥੋੜਾ ਕਰਕੇ 15 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਕਹਿੰਦੇ ਜਿਵੇਂ ਚੰਦਰਮਾ ਵੱਧਦਾ ਜਾ ਰਿਹਾ ਹੈ, ਇਸੇ ਤਰ੍ਹਾਂ ਹੀ ਖਾਲਸਾ ਪੰਥ ਵੀ ਜਿਹੜਾ ਸਤਿਗੁਰਾਂ ਦਾ ਸਜਾਇਆ ਵੱਧਦਾ ਜਾ ਰਿਹਾ ਹੈ। ਅੱਗੇ ਇੱਕ ਸਾਖੀ ਦੱਸਦੇ ਹਨ ਮਾਤਾ ਜੀ ਦੇ ਨਾਲ ਸੰਬੰਧਿਤ, ਮਾਤਾ ਗੁਜਰੀ ਜੀ ਨਾਲ ਸੰਬੰਧਿਤ। ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਲੀ ਤੁਰਨ ਤਨ ਬੈਸ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਲੀ ਬਲ ਭਰਦਾ ਜਾ ਰਿਹਾ ਹੈ ਸਰੀਰ ਦੇ ਵਿੱਚ, ਸਰੀਰ ਜਵਾਨੀ ਵੱਲ ਵੱਧਦਾ ਜਾ ਰਿਹਾ ਹੈ। ਔਰ ਗੁਰੂ ਪਿਆਰਿਓ
ਨਵੀਂ ਉਮਰ ਹੈ ਸਤਿਗੁਰਾਂ ਦੀ। ਦਿਨ ਪ੍ਰਤ ਬਿਦਤ ਖਾਲਸਾ ਦੂਜ ਚੰਦ ਨਭ ਜੈਸ। ਔਰ ਇਸ ਦੇ ਨਾਲ ਹੀ ਦੂਜੇ ਪਾਸੇ ਗੁਰੂ ਕਾ ਸਾਜਿਆ ਖਾਲਸਾ ਪੰਥ ਵੀ ਦੂਜ ਦੇ ਚੰਦਰਮਾ ਦੀ ਨਿਆਈ ਵਧਦਾ ਜਾ ਰਿਹਾ ਹੈ। ਇੱਕ ਦਿਨ ਸ੍ਰੀ ਗੁਜਰੀ ਗੁਰਮਾਤਾ ਪ੍ਰਾਤ ਪਈ ਜਲ ਬਿਮਲ ਸਨਾਤਾ। ਇੱਕ ਦਿਨ ਦੀ ਗੱਲ ਹੈ, ਧੰਨ ਧੰਨ ਮਾਤਾ ਗੁਜਰੀ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਆਦਿ ਕੀਤਾ ਜੀ। ਪ੍ਰਥਮ ਪਾਠ ਕਰ ਜਪਜੀ ਕੀਰਾ ਅਬਰ ਪੜੀ ਗੁਰਬਾਣੀ ਫੇਰਾ। ਔਰ ਮਾਤਾ ਜੀ ਨੇ ਇਸ਼ਨਾਨ ਆਦਿ ਕਰਕੇ ਦੁਬਾਰਾ ਨਿਤਨੇਮ ਆਰੰਭ ਕੀਤਾ ਹੈ। ਔਰ ਸੁਖ ਮਨੀ ਪਾਠ ਕੋ ਕਰਤੀ ਸਹਿਜ ਸੁਪਾਇਕ ਸ੍ਰੀ ਗੁਰ ਫਿਰਤੀ। ਔਰ ਮਾਤਾ ਗੁਜਰੀ ਜੀ ਨੇ ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਹੈ ਤੇ ਵਿਹੜੇ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਵਿਚਰਦੇ ਹਨ, ਭਾਵ ਘੁੰਮ ਰਹੇ ਹਨ। ਸਾਦਰ ਤਬ ਹੀ ਨਿਕਟ ਬਿਠਾਏ ਆਪ ਪਠਤ ਬਾਣੀ ਚਿਤ ਲਾਏ। ਔਰ ਮਾਤਾ ਜੀ ਨੇ ਬਾਣੀ ਪੜ੍ਹਦਿਆਂ ਹੋਇਆਂ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਕੋਲ ਬਿਠਾਉਣਾ ਕੀਤਾ ਹੈ। ਚੈਤ ਸ੍ਰੀ ਵਿਰਾਗੂ ਪਾਈ ਪਠਤ ਪਠਤ ਤੁਕ ਮੁਖ ਆਈ। ਔਰ ਬੜੇ ਵਿਰਾਗ ਦੇ ਨਾਲ ਮਾਤਾ ਜੀ ਗੁਰੂ ਪਿਆਰਿਓ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਸਨ। ਔਰ ਉਹਨਾਂ ਨੂੰ ਬਾਣੀ ਪੜ੍ਹਦਿਆਂ ਇੱਕ ਪੰਕਤੀ ਆਈ ਹੈ ਜਿਸ ਨੂੰ ਪੜ੍ਹ ਕਰਕੇ ਮਾਤਾ ਜੀ ਦੇ ਅੰਦਰ ਕੁਝ ਵਿਰਾਗ ਪੈਦਾ ਹੋਇਆ ਹੈ, ਕੁਝ ਉਸ ਪੰਕਤੀ ਨੂੰ ਸਮਝ ਆਈ ਹੈ, ਪੰਕਤੀ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੈ, ਜਿਸ ਵਿੱਚ ਕੀ ਲਿਖਿਆ ਹੈ। ਐਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ। ਤੋ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਪੰਕਤੀ ਹੈ, ਬ੍ਰਹਮ ਗਿਆਨੀਆਂ ਦੇ ਵਾਸਤੇ ਅਸ਼ਟਪਦੀ ਹੈ। ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ, ਉਹਨਾਂ ਦੇ ਲਈ ਸੋਨਾ ਤੇ ਮਿੱਟੀ ਜਿਹੜੇ ਹਨ ਇਹ ਬਰਾਬਰ ਹੁੰਦੇ ਹਨ। ਉਹਨਾਂ ਦੇ ਵਾਸਤੇ ਜ਼ਹਿਰ ਤੇ ਅੰਮ੍ਰਿਤ ਵੀ ਬਰਾਬਰ ਹੁੰਦੇ ਹਨ। ਇਸੇ ਤਰ੍ਹਾਂ ਦਾ ਵਚਨ ਇਹ ਸਤਿਗੁਰਾਂ ਦਾ ਉਚਾਰਨ ਕੀਤਾ ਪੰਜਵੇਂ ਪਾਤਸ਼ਾਹ ਜੀ ਦਾ ਮਾਤਾ ਜੀ ਨੇ ਉਚਾਰਿਆ ਤੇ ਉਹਨੂੰ ਕੁਝ ਸਮਝਣ ਦਿਆ ਹੋਇਆ ਆਪਣੇ ਪੁੱਤਰ ਗੋਬਿੰਦ ਰਾਏ ਨੂੰ, ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਕਹਿੰਦੇ ਨੇ। ਇਸ ਕੋ ਅਰਥ ਵਿਚਾਰਿਓ ਮਾਈ ਪਨੇ ਪੁੱਤਰ ਸੰਗ ਗਿਰਾ ਅਲਾਈ। ਔਰ ਰੁਕ ਗਏ ਹਨ ਬਾਣੀ ਪੜ੍ਹਦੇ ਹੋਏ, ਕਹਿਣ ਲੱਗੇ ਪੁੱਤਰ ਗੋਬਿੰਦ ਏ ਸੁਤ ਬਲ ਥਲ ਗਿਆਤਾਵਾਨ ਹਾਥ ਬਦਰ ਸਮ ਵਿਦਿਤ ਜਹਾਨ। ਪੁੱਤਰ ਤੇਰੇ ਲਈ ਤਾਂ ਇਹ ਸੰਸਾਰ ਇਉਂ ਹੈ ਜਿਵੇਂ ਹੱਥ ਉੱਤੇ ਔਣਾ ਰੱਖਿਆ ਹੋਵੇ, ਕਿਉਂਕਿ ਧਰਤੀ ਗੇਂਦ ਦੀ ਨਿਆਈ ਆ। ਤੇ ਮਾਤਾ ਜੀ ਕਹਿੰਦੇ ਪੁੱਤਰਾ ਤੂੰ ਤਾਂ ਧਰਤੀ ਨੂੰ ਏਦਾਂ ਦੇਖ ਰਹੀ ਹੈ ਜਿਵੇਂ ਕੋਈ ਹੱਥ ਉੱਤੇ ਰੱਖ ਕੇ ਔਲੇ ਨੂੰ ਦੇਖੇ, ਭਾਵ ਤੂੰ ਤਾਂ ਗਿਆਤਾਵਾਨ ਹੈ, ਸਭ ਜਾਣਦਾ ਹੈ। ਉਚਰੋ ਨੀਚ ਰਾਜ ਕੈ ਰਾਜਾ ਸਾਧ ਸਾਧ ਲਕੋ ਸਭ ਪਾਜਾ। ਔਰ ਤੂੰ ਤਾਂ ਛੋਟੀਆਂ ਵੱਡੀਆਂ ਨੂੰ, ਊਚ ਨੀਚ ਨੂੰ, ਰਾਜਿਆਂ ਨੂੰ, ਗਰੀਬਾਂ ਨੂੰ, ਸਾਧਾਂ ਨੂੰ, ਚੋਰਾਂ ਨੂੰ, ਸਭ ਨੂੰ ਆਪਣੀ ਦਿਵ ਦ੍ਰਿਸ਼ਟੀ ਨਾਲ ਦੇਖ ਸਕਦਾ ਹੈ, ਦੇਖ ਰਿਹਾ ਹੈ। ਇਨ ਤੋ ਕਨ ਮੈਂ ਜੋ ਵਿਪਰਾਹੇ ਹਰ ਇੱਕ ਸ਼ੋਕ ਰਹਿਨੋ ਇੱਕ ਪਾਏ। ਪੁੱਤਰ ਆ ਜਿਹੜੀਆਂ ਪੰਕਤੀਆਂ ਸੁਖਮਨੀ ਸਾਹਿਬ ਦੀਆਂ ਮੈਂ ਪੜ੍ਹ ਰਹੀ ਐ ਇਸ ਵੇਲੇ, ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ। ਪੁੱਤਰ ਇਹਨਾਂ ਪੰਕਤੀਆਂ ਦੇ ਬਾਰੇ ਕੁਝ ਦੱਸਣਾ ਕਰੋ ਜੀ। ਇਸ ਪ੍ਰਕਾਰ ਕੋ ਸੰਤ ਵਿਸਾਲਾ ਮੋਕੋ ਦਿਖਰਾਵੋ ਕਿਸ ਕਾਲਾ। ਔਰ ਪ੍ਰੈਕਟੀਕਲ ਕਰਵਾ ਦਿਓ ਮੈਨੂੰ ਪੁੱਤਰ। ਇਹਨਾਂ 'ਚ ਇਉਂ ਲਿਖਿਆ ਸ਼ਾਇਦ ਕਿ ਉਹਨਾਂ ਦੇ ਵਾਸਤੇ ਖੁਸ਼ੀ ਗਮੀ ਬਰਾਬਰ ਹੁੰਦੀ ਹੈ, ਉਹਨਾਂ ਦੇ ਵਾਸਤੇ ਜਿਹੜਾ ਹੈ ਰੰਗ ਰਾਜਾ ਊਚ ਨੀਚ ਸਾਧ ਸਾਰ ਸਭ ਬਰਾਬਰ ਹੁੰਦੇ ਹਨ। ਇਹਦੇ ਬਾਰੇ ਮੈਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਕੋਈ ਐਸਾ ਪਰਮੇਸ਼ਰ ਦਾ ਪਿਆਰਾ ਹੈ ਤਾਂ ਦਰਸ਼ਨ ਕਰਾਓ। ਦੋਦਨ ਮੈਂ ਜਿਸ ਬ੍ਰਿਤੀ ਸਮਾਨ ਮਾਨ ਅਮਾਨ ਅਸੁਖ ਸੁਖ ਜਾਨ। ਦੋਦਨ ਭਾਵ ਦੁਬਦਾ ਦੇ ਵਿੱਚ ਵੀ ਜਿਹਦੀ ਬਿਰਤੀ ਬਰਾਬਰ ਰਹੇ, ਦੋਨਾਂ ਵਿਧਾ ਦੇ ਵਿੱਚ ਦੋ ਵਿਧਾ ਭਾਵ ਦੋਨੇ ਪਾਸਿਆਂ ਤੋਂ ਜਿਹੜਾ ਇੱਕ ਸਮਾਨ ਰਹਿੰਦਾ ਹੋਵੇ। ਹਰ ਇੱਕ ਸ਼ੋਕ ਨੈ ਕਬ ਭਜੰਤਾ ਸਦਾ ਏਕ ਰਸ ਕੋ ਨਿਭੰਤਾ। ਵਡਿਆਈ ਵਿੱਚ ਮਾਨ ਅਮਾਨ, ਕੋਈ ਵਡਿਆਈ ਕਰੇ ਤੇ ਕੋਈ ਨਿੰਦਿਆ ਕਰੇ, ਕੋਈ ਸੁੱਖ ਆਵੇ ਤੇ ਕੋਈ ਦੁੱਖ ਆਵੇ, ਕੋਈ ਖੁਸ਼ ਹੋਵੇ ਤੇ ਕੋਈ ਦੁਖੀ ਹੋਵੇ। ਕੀ ਇਹੋ ਜਿਹਾ ਕੋਈ ਹੈ ਪਰਮੇਸ਼ਰ ਦਾ ਪਿਆਰਾ ਜਿਹੜਾ ਇੱਕ ਰਸ ਰਹਿੰਦਾ ਹੋਵੇ? ਇਹ ਤਾਂ ਖੁਦ ਗੁਰੂ ਗੋਬਿੰਦ ਸਿੰਘ ਜੀ ਵੀ ਹਨ,
ਪਰ ਆਪਣੇ ਬਾਰੇ ਉਹਨਾਂ ਨੇ ਬਿਲਕੁਲ ਹੀ ਪਾਤਸ਼ਾਹ ਜੀ ਨੇ ਦੱਸਿਆ ਕਿ ਮੈਂ ਤਾਂ ਦਾਸ ਹਾਂ, ਸਾਰੀਆਂ ਸ਼ਕਤੀਆਂ ਦੇ ਮਾਲਕ ਹੈ। ਕਿੱਥੇ ਖੁਸ਼ੀਆਂ ਨਾਲ ਆਨੰਦਪੁਰ ਸਾਹਿਬ ਦੇ ਵਿੱਚ ਵਸਦੇ ਹਨ ਤੇ ਕਿੱਥੇ ਆ ਜਿਹੜਾ ਪੰਦਰਵਾੜਾ ਆ ਰਿਹਾ ਹੈ ਪੋਹ ਦਾ ਮਹੀਨੇ ਦਾ ਗੁਰੂ ਪਿਆਰਿਓ, ਜਿਸ ਦੇ ਵਿੱਚ ਸਤਿਗੁਰਾਂ ਦਾ ਸਾਰਾ ਸਰਵੰਸ ਵਾਰਿਆ ਗਿਆ। ਔਰ ਮਾਛੀਵਾੜੇ ਦੇ ਖੂਹ ਦੇ ਉੱਤੇ ਬੈਠੇ ਭਾਈ ਗੁਲਾਬੇ ਮਸੰਦ ਦੇ ਖੇਤਾਂ ਵਿੱਚ ਬੈਠੇ ਕੀ ਕਹਿੰਦੇ ਹਨ ਕਿ ਭਾਵੇਂ ਅੱਜ ਮੇਰੇ ਕੋਲ ਕੁਝ ਵੀ ਨਹੀਂ ਹੈ ਪਰ ਤੂੰ ਤਾਂ ਮੇਰੇ ਨਾਲ ਹੈ ਨਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ। ਤੂੰ ਨਾ ਵਿਸਰੀ, ਭਾਵੇਂ ਮੈਥੋਂ ਸਭ ਕੁਝ ਚਲਿਆ ਗਿਆ, ਘੋੜਾ ਤੇ ਜੋੜਾ ਵੀ ਅੱਜ ਮੇਰੇ ਕੋਲ ਨਹੀਂ ਹੈ। ਪਰਿਵਾਰ ਚਾਰੇ ਸ਼ਹਿਬਜ਼ਾਦੇ ਵੀ ਜੋੜਾ ਜੋੜਾ ਕਰਕੇ ਵਿਛੜ ਚੁੱਕੇ ਹਨ। ਇਸ ਕਰਕੇ ਪਰ ਮਾਤਾ ਜੀ ਕਹਿੰਦੇ ਕਿਸੇ ਐਸੇ ਰੱਬ ਦੇ ਪਿਆਰੇ ਦੇ ਦਰਸ਼ਨ ਕਰਾਓ ਜਿਸ ਕੀ ਐਸ ਅਵਸਥਾ ਹੋਏ, ਵੱਡੇ ਸਾਹਿਬਾਨ ਬਰਨੀ ਜੋਏ। ਵੱਡੇ ਸਾਹਿਬਾਂ ਨੇ ਭਾਵ ਗੁਰੂ ਅਰਜਨ ਦੇਵ ਜੀ ਨੇ ਜੋ ਵਰਣਨ ਕੀਤਾ ਸੁਖਮਨੀ ਸਾਹਿਬ ਦੇ ਵਿੱਚ ਐਸੀ ਅਵਸਥਾ ਵਾਲਾ ਹੈ ਕੋਈ। ਉਜਲੇ ਅਰਬੜ ਭਾਗਾ ਮਾਤਾ, ਕਹਿਓ ਦਿਖਾਓ ਤੈ ਸਿਖਿਆਤਾ। ਸਾਖਿਆਤ ਪ੍ਰਤੱਖ ਰੂਪ ਦੇ ਵਿੱਚ ਮੈਨੂੰ ਕੋਈ ਐਸਾ ਰੱਬ ਦਾ ਪਿਆਰਾ ਦਿਖਾਓ ਜੀ। ਰਚਰ ਮਨੋਰਥ ਜਨਨੀ ਕੀਰਾ, ਸੁਨ ਬੋਲੇ ਸਤਿਗੁਰ ਤਿਸ ਬੀਰਾ। ਔਰ ਮਾਤਾ ਜੀ ਦਾ ਇਹ ਮਨੋਰਥ ਭਾਵ ਮਨ ਦੀ ਇੱਛਾ ਸੁਣ ਕਰਕੇ ਮੇਰੇ ਪ੍ਰੀਤਮ ਕਹਿਣ ਲੱਗੇ ਜੀ। ਅਸ ਪਰਸ਼ੋਤਮ ਸੰਤ ਸੁਚਾਲੀ, ਬਿਕੋ ਨੇ ਸੰਸੇ ਹੋਵਤ ਕਾਲੀ। ਔਰ ਮਾਤਾ ਜੀ ਗੱਲ ਹੀ ਕੋਈ ਨਹੀਂ, ਇਹੋ ਜਿਹਾ ਸੰਤ ਪੁਰਸ਼ੋ ਉੱਤਮ, ਇਹ ਪੁਰਸ਼ੋਤਮ ਸ਼ਬਦ ਪਰਮੇਸ਼ਰ ਵਾਸਤੇ ਵੀ ਵਰਤਿਆ ਗਿਆ ਹੈ। ਪਰ ਜਦ ਇਹਨੂੰ ਆਪਾਂ ਸੰਧੀ ਛੇਦ ਕਰ ਦਿਆਂਗੇ, ਭਾਵ ਕਈ ਦੋ ਸ਼ਬਦ ਜੋੜ ਕੇ ਬਣਾਏ ਹੁੰਦੇ ਨੇ, ਤੇ ਇਹ ਜਦ ਸੰਧੀ ਛੇਦ ਕਰਕੇ ਅਰਥ ਕਰਾਂਗੇ ਤਾਂ ਇਹਦਾ ਅਰਥ ਬਣ ਜਾਊਗਾ ਪੁਰਸ਼ ਉੱਤਮ, ਚੜ੍ਹਦੀ ਕਲਾ ਦਾ ਕੋਈ ਰੱਬ ਦਾ ਪਿਆਰਾ ਉੱਤਮ ਪੁਰਸ਼, ਐਸਾ ਸੰਤ ਸਚਾਲੀ, ਚੰਗੀ ਚਾਲ ਚੱਲਣ ਵਾਲਾ। ਮਾਤਾ ਜੀ ਕੱਲ ਨੂੰ ਦਰਸ਼ਨ ਹੋ ਜਾਣਗੇ। ਦਰਸ਼ਨ ਕਰਕੇ ਅਚੋਹਾਰਾ, ਕਰੋ ਪ੍ਰਤੀਕਨ ਭਾਵ ਉਦਾਰਾ। ਬਸ ਤੁਸੀਂ ਨਾ ਭੋਜਨ ਨਹੀਂ ਛਕਣਾ ਸੁਭਾ, ਉਹਨਾਂ ਦੇ ਲਈ ਭੋਜਨ ਤਿਆਰ ਕਰ ਲੈਣਾ ਤੇ ਉਹਨਾਂ ਦੇ ਦਰਸ਼ਨ ਕਰਕੇ ਹੀ ਭੋਜਨ ਛਕਣਾ ਹੋਵੇਗਾ ਕੱਲ ਨੂੰ। ਐਸਨ ਕੋ ਰਚ ਕਰ ਕਰਤਾਰਾ, ਲਖੇ ਸਫਲ ਸਿਰਜਨ ਜਗ ਸਾਰਾ। ਮਾਤਾ ਜੀ ਇਹੋ ਜਿਹੇ ਰੱਬ ਦੇ ਪਿਆਰਿਆਂ ਕਰਕੇ ਦੁਨੀਆ ਖੜੀ ਹੈ, ਇਹ ਸ੍ਰਿਸ਼ਟੀ ਇਹੋ ਜਿਹੇ ਰੱਬ ਦੇ ਪਿਆਰਿਆਂ ਕਰਕੇ ਸਫਲ ਹੈ। ਔਰ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕਰ ਲਏ ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ ਜੀ। ਇੱਕ ਸਾਰਦਾ ਬੀਦ ਬਿਰੰਚ, ਕਰ ਨਾ ਸਕੇ ਜਹ ਮਹਿਮਾ ਰੰਚ। ਔਰ ਇਹੋ ਜਿਹੇ ਰੱਬ ਦੇ ਪਿਆਰਿਆਂ ਦੀ ਮਹਿਮਾ, ਜੇ ਰੱਬ ਦੀ ਮਹਿਮਾ ਨਹੀਂ ਹੋ ਸਕਦੀ, ਰੱਬ ਦੇ ਪਿਆਰਿਆਂ ਦੀ ਮਹਿਮਾ ਵੀ ਨਹੀਂ ਹੋ ਸਕਦੀ। ਫਿਰ ਹਰ ਕਾ ਸੇਵਕ ਸੋਹਾ ਜਿਹਾ, ਭੇਦ ਨ ਜਾਣੋ ਮਾਨਸ ਦੇਹਾ। ਤੇ ਕੌਣ ਬਹੁਤੀ ਮਹਿਮਾ ਕਰਦੇ ਨੇ? ਸ਼ੇਸ਼ ਨਾਗ। ਸ਼ਾਰਦਾ ਭਾਵ ਸਰਸਵਤੀ ਦੇਵੀ ਬੀਣਾ ਲੈ ਕੇ, ਇਹਨੂੰ ਸ਼ਾਂਤੀ ਦੀ ਦੇਵੀ ਵੀ ਕਿਹਾ ਜਾਂਦਾ ਹੈ, ਇਹਨੂੰ ਗਿਆਨ ਦੀ ਦੇਵੀ ਵੀ ਕਿਹਾ ਜਾਂਦਾ ਹੈ ਹਿੰਦੂ ਮਤ ਵਿੱਚ। ਚਲੋ ਖੈਰ, ਸਰਸਵਤੀ ਦੇਵੀ ਸ਼ਾਰਦਾ ਔਰ ਚਾਰੇ ਵੇਦ, ਵੇਦਾਂ ਨੂੰ ਲਿਖਣ ਵਾਲਾ ਬ੍ਰਹਮਾ, ਉਹ ਵੀ ਇਹਨਾਂ ਰੱਬ ਦੇ ਪਿਆਰਿਆਂ ਨੂੰ ਪੂਰਾ ਕਹਿ ਨਹੀਂ ਸਕਦੇ ਜੀ। ਸਮਦਰਸ਼ੀ ਇੱਕ ਸਰ ਮਨ ਸ਼ਾਂਤ, ਮਹਾਂਪੁਰਖ ਪੂਰਨ ਅਵਦਾਤ। ਐਸੇ ਸਮਦਰਸ਼ੀ ਇੱਕੋ ਨਿਗਾਹ ਨਾਲ ਸਭ ਨੂੰ ਦੇਖਣ ਵਾਲੇ, ਜੈਸਾ ਕਿ ਭਾਈ ਕਨ੍ਹਈਆ ਜੀ ਜੰਗ ਦੇ ਮੈਦਾਨ ਵਿੱਚ ਮੁਗਲਾਂ ਦੀ ਫੌਜ ਦੇ ਫੌਜੀਆਂ ਦੇ ਵਿੱਚੋਂ ਵੀ ਗੁਰੂ ਸਾਹਿਬ ਨੂੰ ਵੇਖਦਾ ਤੇ ਸਿੱਖਾਂ ਦੇ ਵਿੱਚੋਂ ਵੀ ਗੁਰੂ ਸਾਹਿਬ ਨੂੰ ਵੇਖਦਾ ਹੋਇਆ ਸਭ ਨੂੰ ਜਲ ਛਕਾ ਰਿਹਾ ਹੈ। ਮਾਤਾ ਜੀ ਨੂੰ ਕਹਿਣ ਲੱਗੇ ਐਸੇ ਮਹਾਂਪੁਰਖ ਜੇ ਕਿਤੇ ਮਿਲ ਜਾਣ ਤੇ ਸ਼ਾਂਤੀ ਬਖਸ਼ਦੇ ਹਨ। ਮਨੋ ਕਾਮਨਾ ਪੂਰਨ ਹੋਵੋ, ਨੈ ਸੰਸੇ ਦਰਸ਼ਨ ਕੋ ਜੋਵੋ। ਤੁਹਾਡੀ ਇਹ ਇੱਛਾ ਮਾਤਾ ਜੀ ਕੱਲ ਨੂੰ ਹੀ ਪੂਰੀ ਹੋ ਜਾਣੀ ਹੈ, ਬਿਨਾ ਸ਼ੰਕਾ ਰਹਿਤ, ਭਾਵ ਸ਼ੰਕਾ ਛੱਡ ਦਿਓ, ਨਿਸੰਸੇ ਹੋ ਜਾਓ। ਇਨ ਕਹਿ ਸਤਿਗੁਰ ਬਾਹਰ ਆਏ, ਜੀ ਸਭ ਸਿੱਖਨ ਕੋ ਸੁਖ ਦਾਏ। ਇੰਨੇ ਵਚਨ ਕਰਕੇ ਮਾਤਾ ਜੀ ਕੋਲੋਂ ਉੱਠ ਕੇ ਪਾਤਸ਼ਾਹ ਬਾਹਰ ਆ ਗਏ। ਮਾਤਾ ਜੀ ਸੁਖਮਨੀ ਸਾਹਿਬ ਦਾ ਪਾਠ ਅੱਗੇ ਕਰਨ ਲੱਗੇ ਜੀ। ਮਾਤਾ ਭਈ ਪ੍ਰਸੰਨ ਮਹਾਨਾ, ਦੇਖੋ ਸੰਤ ਸੋ ਬਿਰਤੀ ਸਮਾਨਾ। ਔਰ ਵਾਕਿਆ ਹੀ ਜੇ ਕਿਤੇ ਗੁਰੂ ਸਾਹਿਬ ਦੀ ਰਚੀ ਹੋਈ ਬਾਣੀ ਦੇ ਸ਼ਬਦਾਂ ਦਾ ਕਦੇ ਕਦੇ ਜੀਵਨ ਵਿੱਚ ਪ੍ਰੈਕਟੀਕਲ ਹੋ ਜੇ ਨਾ, ਫਿਰ ਕਿੰਨੀ ਖੁਸ਼ੀ ਹੁੰਦੀ ਹੈ ਯਾਰ, ਕਮਾਲ ਦੀ ਗੱਲ ਹੈ। ਆ ਲਿਖਿਆ ਸੀ ਤੇ ਆ ਵਰਤ ਰਿਹਾ ਸਾਹਮਣੇ। ਹੋ ਸਤਿਗੁਰੂ ਵਾਹਿਗੁਰੂ। ਜਦੋਂ ਵਰਤਦਾ ਦੇ ਜਾਵੇ ਤੇ ਫਿਰ ਉਹਦੇ ਸ਼ਬਦ ਹੋਰ ਵੀ ਪਿਆਰੇ ਲੱਗਣ ਲੱਗ ਜਾਂਦੇ ਆ, ਸਾਨੂੰ ਬਾਣੀ ਦੀ ਸਮਝ ਆ ਜਾਂਦੀ ਹੈ। तो माता जी बड़े खुश होए
ਵੇ ਮੇਰਾ ਪੁੱਤਰ ਜੋ ਕਹਿੰਦਾ ਉਹ ਸੱਤ ਕਹਿੰਦਾ ਹੈ। उत्कंठा जिसकी ओर एवी जगत ईश की जननी देवी। और जगत ईश ਦੀ ਮਾਤਾ ਹੈ। जगत ईश गुरु तेग बहादुर जी की सुपत्नी है। जगत ईश हरगोबिंद साहब जी के नौ ਹਨ। ऐसे माता गुजरी जी अज जगत ईश की माता माता गुजरी जी बड़े खुश होए। प्रथम मिलियो श्री नानक संग भाई बुढ़ा समत उतंग। ਹੁਣ कौन मिलता माता गुजरी जी ਨੂੰ ਇਸ ਅਵਸਥਾ ਵਾਲਾ? ਭਾਈ ਸਾਹਿਬ ਜੀ ਦੱਸਦੇ ਹਨ ਕਿ ਜਿਸ ਤਰ੍ਹਾਂ ਪਹਿਲਾਂ ਬਾਬਾ ਬੁੱਢਾ ਜੀ ਹੋਏ ਉੱਚੀ ਅਵਸਥਾ ਵਾਲੇ ਜਿਨ੍ਹਾਂ ਨੇ 6 ਪਾਤਸ਼ਾਹੀਆਂ ਦੀ ਸੇਵਾ ਕੀਤੀ, ਪਰ ਕਦੇ ਇੱਕ ਵਾਰੀ ਵੀ ਦਿਮਾਗ 'ਚ ਫੁਰਨਾ ਨਹੀਂ ਹੋਇਆ ਕਿ ਮੈਂ ਵੀ ਗੁਰੂ ਬਣ ਕੇ ਬੈਠਾ। ਉਹਨਾਂ ਨੇ ਵਜ਼ੀਰ ਬਣਾਇਆ ਤੇ ਵਜ਼ੀਰ ਬਣ ਕੇ ਹੀ ਆਪਣਾ 100 ਸਾਲ ਤੋਂ ਉੱਤੇ ਜੀਵਨ ਬਤੀਤ ਕਰਕੇ 12 ਸਾਲ ਦੀ ਉਮਰ 'ਚ ਪਾਤਸ਼ਾਹ ਕੋਲ ਆਏ ਸੀ, ਪਹਿਲੇ ਪਾਤਸ਼ਾਹ ਕੋਲ, ਤੇ ਸਾਰੀ ਜ਼ਿੰਦਗੀ ਗੁਰੂ ਚਰਨਾਂ ਵਿੱਚ ਲਾ ਦਿੱਤੀ। ਉਹ ਬਾਬਾ ਬੁੱਢਾ ਜੀ ज्ञान अवस्था बिके अरूढ़ा प्राप्त प्यो परम पद गूढ़ा। ਜਿਹੜੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਬੜੇ ਉੱਚੇ ਟੱਪ ਗਏ ਹਨ, ਮੱਤ ਉੱਚੀ ਚਲੀ ਗਈ ਹੈ ਔਰ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਜਿਨ੍ਹਾਂ ਨੇ। हट पातशाही रग जग रहो सतगुर चरत वृंद को लयो। ਜਿਨ੍ਹਾਂ ਨੇ 6 ਗੁਰੂਆਂ ਦੀ ਸੇਵਾ ਕੀਤੀ ਹੈ ਔਰ ਸਤਿਗੁਰਾਂ ਦੇ 6 ਗੁਰੂਆਂ ਦੇ ਅਨੇਕਾਂ ਚਰਿੱਤਰ ਭਾਵ ਕੌਤਕ ਆਪਣੇ ਨੇਤਰਾਂ ਨਾਲ ਬਰੀਕੀ ਨਾਲ ਦੇਖਣਾ ਤੇ ਜਾਣਨਾ ਕੀਤਾ ਹੈ ਜੀ। जिसके बाक मिटे न किसते उत्तम अपर कहो को तिसते। ਔਰ ਜਿਨ੍ਹਾਂ ਦੇ ਮੁਖ ਚੋਂ ਨਿਕਲੇ ਬਚਨ ਕਦੇ ਵੀ ਆਲੇ ਨਹੀਂ ਜਾਂਦੇ। ਇਹਨਾਂ ਬਾਬਾ ਜੀ ਦੇ ਹੀ ਵੰਸ਼ ਦਾ ਇੱਕ ਅੱਗੇ ਜਾ ਕੇ ਬੱਚਾ ਹੋਇਆ। ਇੱਕ ਦਿਨ ਕਹਿੰਦੇ ਉਹ ਝਾੜੂ ਮਾਰ ਰਹੇ ਹੈ ਤੇ ਇੱਕ ਬੱਚਾ ਫਿਰਦਾ ਹੈ ਜਿਹਦੇ ਕੁੜੀਆਂ ਵਾਂਗੂ ਸਿਰ ਤੇ ਮੀਡੀਆਂ ਕੀਤੀਆਂ ਤੇ ਫਰਾਕ ਪਾਈ ਹੈ। ਤੇ ਉਹ ਬਜ਼ੁਰਗ ਕਹਿਣ ਲੱਗਿਆ ਝਾੜੂ ਮਾਰਦਾ ਸੇਵਾ ਕਰਦਾ, ਬੇਟੀ ਪਰੇ ਹੋ ਜਾ ਮੈਂ ਝਾੜੂ ਮਾਰ ਲਵਾਂ। ਤੇ ਕਹਿੰਦੀ ਉਹ ਲੜਕਾ ਸੀ ਪਰ ਲੜਕੀ ਹੋ ਗਈ। ਕੋ ਸਤਿਨਾਮ। ਭਾਵ ਇਹ ਐਸੇ ਬ੍ਰਹਮ ਗਿਆਨੀਆਂ ਦੇ ਬਚਨ ਜਿਹੜੇ ਹਨ ਆਲੇ ਨਹੀਂ ਜਾਂਦੇ ਹੋਇਆ ਕਰਦੇ। ਇਸ ਤਰ੍ਹਾਂ ਇਹ ਬਾਬਾ ਬੁੱਢਾ ਜੀ ਹੋਏ ਹਨ। तिसके कुल को भूखन पे हो नाम सो राम कोयर जो थियो। ਔਰ ਇਹਨਾਂ ਦੀ ਕੁਲ ਦਾ ਅਗਲਾ ਪੁੱਤਰ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਰਾਮ ਕੋਇਰ ਜੀ ਹਨ। जन दीपक ते दीप जगायो ज्ञान अवस्था में दीपतायो। ਜਿਵੇਂ ਦੀਵੇ ਤੋਂ ਦੀਵਾ ਜਗਾ ਦਿੰਦੇ ਆ, ਇਸੇ ਤਰ੍ਹਾਂ ਬਾਬਾ ਬੁੱਢਾ ਜੀ ਦੀ ਉਹ ਸਾਰੀ ਸ਼ਕਤੀ ਕਲਾ ਗੁਰੂ ਪਿਆਰਿਓ ਅਵਸਥਾ ਭਾਈ ਰਾਮ ਕੋਇਰ ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਬਾਅਦ ਨਾਮ ਭਾਈ ਗੁਰਬਖਸ਼ ਸਿੰਘ ਰੱਖਿਆ ਗਿਆ, ਜਿਨ੍ਹਾਂ ਨੇ ਸਾਰੀ ਕਥਾ ਵੀ ਲਿਖਵਾਈ ਆ। ਦੂਜੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਸਾਰਾ ਇਤਿਹਾਸ ਇਹਨਾਂ ਨੇ ਮੂੰਹ ਜ਼ਬਾਨੀ ਬੋਲ ਕੇ ਸੁਣਾਇਆ ਸੀ। ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਇੱਕ ਦਿਨ ਕਹਿਤਾ ਸੀ, ਬੁੱਢਿਆ ਦੁਨੀਆ ਤੋਂ ਭਾਵੇਂ ਓਲੇ ਹੋ ਜਾ ਪਰ ਤੈਥੋਂ ਓਲੇ ਨਹੀਂ ਹੋਵਾਂਗਾ। ਇਹ ਵੱਡੀ ਕਲਾ ਬਾਬਾ ਜੀ ਨੇ ਬਾਬਾ ਬੁੱਢਾ ਜੀ ਦੇ ਵਿੱਚ ਰੱਖ ਦਿੱਤੀ ਸੀ ਔਰ ਜਿਨ੍ਹਾਂ ਦੀ ਵੰਸ਼ ਦੇ ਵਿੱਚ ਇਹ ਕਲਾ ਫਿਰ ਅੱਗੇ ਵਰਤਦੀ ਰਹੀ। ਹੁਣ ਉਹ ਕਲਾ ਆ ਗਈ ਹੈ ਰਾਮ ਕੋਇਲ ਜੀ ਵਿੱਚ। ਸਿੱਖਿਆ ਮੋਖੇ ਸਤਿਗੁਰ ਕਰ ਕੀਰੇ ਜਿਨਕੇ ਸਮਤਾ ਪਰ ਨਾਹਿਰੇ। ਇਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇਹ ਗੁਰੂ ਘਰ ਦੇ ਪਹਿਲੇ ਵਜ਼ੀਰ ਵੀ ਥਾਪੇ ਗਏ ਔਰ ਮਹਾਨ ਰੁਤਬਾ ਹੈ ਰਾਜੇ ਦੇ ਨਾਲ ਵਜ਼ੀਰ ਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਸਿੰਘ ਬਾਬਾ ਬੁੱਢਾ ਜੀ ਹੋਏ ਹਨ। ਇਹਨਾਂ ਦੀ ਬਰਾਬਰੀ ਤਾਂ ਫਿਰ ਕੌਣ ਕਰ ਸਕਦਾ ਹੈ ਜੀ। ਉਤੋ ਸਮੇਂ ਤਿਸ ਅੰਮ੍ਰਿਤ ਸਰ ਜੀ ਲਖਿਓ ਬ੍ਰਿਤਾਂਤ ਸਰਬ ਗੁਰ ਕਰ ਜੀ। ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤਾ ਜੀ ਨੂੰ ਕਿਹਾ, ਮਾਤਾ ਜੀ ਕੱਲ ਨੂੰ ਹੀ ਦਰਸ਼ਨ ਹੋ ਜਾਣਗੇ ਪਰ ਉਹਨਾਂ ਦੇ ਆਇਆਂ ਤੋਂ ਪ੍ਰਸ਼ਾਦਾ ਛਕਣਾ ਹੋਊਗਾ ਉਡੀਕ ਕੇ। ਤੇ ਇਧਰ ਇਹ ਬਚਨ ਗੁਰੂ ਗੋਬਿੰਦ ਸਿੰਘ ਜੀ ਦਾ ਰਾਮ ਕੋਇਲ ਜੀ ਨੂੰ ਸੁਣੇ। ਇਹ ਤਰੰਗਾ ਹੁੰਦੀਆਂ ਲਹਿਰਾਂ, ਤੁਹਾਡੇ ਵੀ ਦਿਮਾਗ ਚੋਂ ਵਾਈਬ੍ਰੇਸ਼ਨ ਲਹਿਰਾਂ ਨਿਕਲਦੀਆਂ। ਜਿੱਥੇ ਤੁਹਾਡਾ ਬਹੁਤਾ ਪਿਆਰ ਹੈ ਤੁਹਾਡੀ ਸੋਚ ਉਹਦੇ ਨਾਲ ਜਾ ਟਕਰਾਉਂਦੀ ਹੈ। ਤੇ ਇਧਰ ਬਾਬਾ ਬੁੱਢਾ ਜੀ ਦੀ ਵੰਸ਼ ਦਾ ਪਿਆਰ ਗੁਰੂ ਨਾਨਕ ਦੇ ਘਰ ਨਾਲ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਹੈ ਤੇ ਰਾਮ ਕੋਇਲ ਜੀ ਨੇ ਉਹ ਬਚਨ ਨੂੰ ਗ੍ਰਹਿਣ ਕੀਤਾ ਹੈ, ਜਾਣਨਾ ਕੀਤਾ ਹੈ ਕਿ ਗੁਰੂ ਸਾਹਿਬ ਨੇ ਇਹ ਬੇਨਤੀ ਕੀਤੀ, ਆਪਣਾ ਮਾਤਾ ਜੀ ਦੇ ਕੋਲ ਬਚਨ ਕੀਤਾ ਹੈ ਕਿ ਕੱਲ ਨੂੰ ਦਰਸ਼ਨ ਹੋ ਜਾਣਗੇ। ਤੇ ਧਿਆਨ ਉਹਨਾਂ ਨੇ ਮੇਰਾ ਧਰਿਆ ਤੇ ਮੈਨੂੰ ਜਾਣਾ ਪੈਣਾ ਹੁਣ ਉੱਥੇ ਸਤਿਗੁਰਾਂ ਦੇ ਬਚਨ ਪੂਰੇ ਕਰਨ ਦੇ ਲਈ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਤੋਂ
ਹੱਥ ਵਿੱਚ ਨਾਰੀਅਲ ਫੜ ਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਕਿਹਾ ਸੀਗਾ ਬਾਬਾ ਬਕਾਲੇ, ਤੇ ਫਿਰ ਉਹ ਸ਼ਕਤੀ ਉੱਥੇ ਹੀ ਜਾਣੀ ਸੀ ਜਿਸ ਦਾ ਧਿਆਨ ਧਰਿਆ ਹੋਇਆ ਸੀਗਾ। ਬਾਬੇ ਦਾ ਬਕਾਲਾ ਸਾਹਿਬ 'ਚ ਹੋਰ ਵੀ ਬਹੁਤ ਰਹਿੰਦੇ ਸਨ, ਕਿਉਂਕਿ ਸੋਢੀ ਕੁਲ ਦੇ ਇਹਨਾਂ ਦੇ ਵੱਡੇ ਬਜ਼ੁਰਗ ਹੋਰ ਵੀ ਬਹੁਤ ਸਨ, ਪਰ ਗੁਰੂ ਤੇਗ ਬਹਾਦਰ ਜੀ ਧਿਆਨ ਧਰਿਆ ਸੀ ਤਾਂ ਉਹ ਸ਼ਕਤੀ ਨੇ ਜਾ ਕੇ ਉੱਥੇ ਹੀ ਪ੍ਰਵੇਸ਼ ਕਰਨਾ ਕੀਤਾ ਸੀ। ਖੈਰ ਮਨੋਵਿਰਤੀਆਂ ਉੱਥੇ ਰੱਖੀਏ। ਕਹਿਣ ਲੱਗੇ ਇੱਧਰ ਰਾਮ ਕੋਇਰ ਜੀ ਨੇ ਫੀਲ ਕੀਤਾ ਹੈ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਯਾਦ ਕੀਤਾ ਹੈ। ਦਸਵੇਂ ਪਾਤਸ਼ਾਹ ਮਨ ਕੀਰਾ, ਮਾਤਾ ਹਿਤ ਸੋ ਮਨੋਰਥ ਮੇਰਾ। ਦਸਵੇਂ ਪਾਤਸ਼ਾਹ ਜੀ ਨੇ ਮੈਨੂੰ ਯਾਦ ਕੀਤਾ ਹੈ, ਮਾਤਾ ਦੀ ਸ਼ੰਕਾ ਨਿਵਰਤ ਕਰਨ ਵਾਸਤੇ, ਉਹਨਾਂ ਦੇ ਹਿੱਤ ਵਾਸਤੇ। ਦਰਸ ਅਵਸ਼ਯ ਕਰਨ ਕੋ ਕਾਲੀ, ਔਰ ਮੈਂ ਇੱਛਾ ਕੀਨ ਵਿਸਾਲੀ। ਔਰ ਕੱਲ ਨੂੰ ਹੀ ਦਰਸ਼ਨ ਦੇਣੇ ਹਨ ਮਾਤਾ ਜੀ ਨੂੰ, ਔਰ ਉਹਨਾਂ ਦੇ ਮਨ ਦੀ ਇੱਛਾ ਹੈ ਐਸੇ ਬ੍ਰਹਮ ਗਿਆਨੀ ਰੱਬ ਦੇ ਪੈਰ ਦੇ ਦਰਸ਼ਨ ਹੋਣ, ਤੇ ਗੁਰੂ ਸਾਹਿਬ ਨੇ ਕਹਿਤਾ ਕੱਲ ਨੂੰ ਹੋ ਜਾਣਗੇ। ਇਸ ਕਰਕੇ ਗੁਰੂ ਦਾ ਵਚਨ ਪੂਰਾ ਹੋਣਾ ਚਾਹੀਏ ਜੀ। ਗਈ ਨਿਸਾ ਪਰ ਕਰਤੀ ਤਿਆਰੀ, ਨਿਜ ਸੰਗਤ ਸੋ ਗਿਰਾ ਉਚਾਰੀ। ਔਰ ਰਾਮ ਕੋਇਲ ਜੀ ਨੇ ਕੱਲ ਨੂੰ ਮਾਤਾ ਜੀ ਦੇ ਕੋਲ ਪਹੁੰਚਣੇ, ਬੈਠੇ ਕਿੱਥੇ ਨੇ? ਆਪਣੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੈਠੇ ਹਨ। ਨੇੜੇ ਹੀ ਬਾਬੇ ਦਾ ਪਿੰਡ ਸੀਗਾ ਰਮਦਾਸਪੁਰ। ਤਾਂ ਇਸ ਤਰ੍ਹਾਂ ਦੀ ਚੱਕ ਰਾਮਦਾਸ ਕਹਿ ਦਈਏ ਤਾਂ ਅੰਮ੍ਰਿਤਸਰ ਦਾ ਨਾਮ ਸੀਗਾ ਪਹਿਲਾਂ, ਜੇ ਰਮਦਾਸ ਕਹਿ ਦਈਏ ਤੇ ਬਾਬੇ ਬੁੱਢੇ ਦਾ ਪਿੰਡ ਹੈ। ਕੋ ਸਪਨੋ ਤਾਂ ਭਾਈ ਰਾਮ ਕੋਇਲ ਜੀ ਨੇ ਫੀਲ ਕੀਤਾ ਹੈ ਬਈ ਕੱਲ ਨੂੰ ਦਰਸ਼ਨ ਦੇਣੇ ਨੇ, ਤੇ ਰਾਤ ਨੂੰ ਤਿਆਰੀਆਂ ਖਿੱਚਣ ਲੱਗੇ ਜੀ। ਭਈ ਪ੍ਰਭਾਤ ਆਨੰਦਪੁਰ ਜਾਣਾ, ਮੁਝ ਬਸਿਆਤੀ ਕਰਹੁ ਪਿਆਨਾ। ਸਾਰੀ ਰਾਤ ਤਿਆਰੀਆਂ ਕਰਦੇ ਰਹੇ, ਆਪਣੇ ਸੰਗੀਆਂ ਸਾਥੀਆਂ ਨੂੰ ਸੰਗਤਾਂ ਨੂੰ ਕਹਿਣ ਲੱਗੇ ਤੜਕੇ ਭਾਈ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਆਨੰਦਪੁਰ ਜਾਣਾ, ਤੇ ਮੈਂ ਇਕਾਕੀ ਸ਼ੀਘਰ ਸਿਧਾਓ, ਦਰਸ਼ਨ ਸ਼੍ਰੀ ਸਤਿਗੁਰ ਕੋ ਪਾਓ। ਮੁਝ ਪਛਾਤੀ ਕਰੋ ਪਿਆਨਾ, ਤੁਸੀਂ ਵੀ ਮਗਰੋਂ ਆ ਜਿਓ, ਪਰ ਮੈਂ ਤੜਕੇ ਸੁਨੇਹਾ ਜਾਊਂਗਾ ਦੌੜ ਆਪਣਾ ਅੰਮ੍ਰਿਤ ਵੇਲੇ। ਸੁਨੇਹਾ ਦਿਨ ਚੜ੍ਹਨ ਤੋਂ ਪਹਿਲਾਂ ਮੈਨੂੰ ਬੜੀ ਦਰਸ਼ਨਾਂ ਦੀ ਇੱਛਾ ਪੈਦਾ ਹੋਈ ਹੈ। ਤੁਮ ਤੇ ਪਹੁੰਚਿਓ ਜਾਇ ਸੁਜਾਵਤ, ਸ਼ੀਘਰ ਸਿਧਾਓ ਆਵੋ ਤਾਵਤ। ਕੋਈ ਨਹੀਂ ਤੁਸੀਂ ਮਗਰੋਂ ਹੌਲੀ ਹੌਲੀ ਆ ਜਿਓ, ਪਰ ਮੈਂ ਤੇਜ਼ੀ ਨਾਲ ਜਾਣਾ ਹੈ, ਜਲਦੀ ਜਾਣਾ ਹੈ, ਉੱਥੇ ਇਕੱਠੇ ਹੋਵਾਂਗੇ ਆਪਾਂ ਅਨੰਦਪੁਰ ਸਾਹਿਬ। ਇਮ ਕਹਿ ਰਹਿਣ ਦੇਖੀ ਪਰਸੋਈ, ਭਈ ਪ੍ਰਭਾਤ ਜਾਗਬ ਹੋਏ। ਕਿਉਂ ਰਾਤ ਨੂੰ ਸਾਰਾ ਪ੍ਰੋਗਰਾਮ ਦੱਸ ਦਿੱਤਾ ਹੈ ਰਾਮ ਕੋਇਰ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣੇ ਸੰਗੀਆਂ ਸਾਥੀਆਂ ਨੂੰ। ਤੜਕੇ ਦਿਨ ਚੜ੍ਹਨ ਤੋਂ ਪਹਿਲਾਂ ਪ੍ਰਭਾਤੀ ਅੰਮ੍ਰਿਤ ਵੇਲੇ ਹੀ ਕਰ ਇਸ਼ਨਾਨ ਪਾਠ ਜਪ ਕੀਨਾ, ਪੁਨ ਗੁਰ ਦਰਸ਼ਨ ਕੋ ਮਨ ਦੀਨਾ। ਔਰ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਨਿਤਨੇਮ ਕੀਤਾ, ਔਰ ਗੁਰੂ ਦੇ ਚਰਨਾਂ ਵਿੱਚ ਧਿਆਨ ਧਰਿਆ ਜੀ। ਪਿਓ ਤੁਰੰਗਨ ਪਰ ਅਰੂਡਾ, ਚਲਿਓ ਬੇਗ ਜਿਸ ਆਸ਼ੇ ਗੂੜਾ। ਔਰ ਆਪਣੀ ਘੋੜੀ ਖੋਲੀ ਆ, ਘੋੜੀ ਤੇ ਕਾਠੀ ਪਾਈ ਆ, ਚੱਲਿਓ ਬੇਗ ਦੇ ਹੁੰਦਾ ਤੇਜ਼ੀ ਦੇ ਨਾਲ, ਜਲਦੀ ਚਾਲੇ ਪਾ ਦਿੱਤੇ। ਜਿਹੜੇ ਕਿ ਅੰਦਰਲੀ ਅਵਸਥਾ ਨੂੰ ਜਾਣਨ ਵਾਲੇ ਹਨ, ਆਸ਼ਾ ਗੂੜ ਅੰਦਰਲੀ ਅਵਸਥਾ ਨੂੰ ਜਿਹੜੇ ਜਾਣਦੇ ਹਨ। ਕਹੋ ਸਬਨ ਸੁਆਹੋ ਮਿਲੇ, ਮੁਖ ਆਨੰਦਪੁਰ ਦਿਸ਼ ਕਰ ਚਲੇ। ਕੋਈ ਨਹੀਂ ਤੁਸੀਂ ਮਿੱਤਰੋ ਹੌਲੀ ਹੌਲੀ ਆ ਜਿਓ, ਮੈਨੂੰ ਜਾਣ ਦਿਓ, ਮੈਨੂੰ ਥੋੜੀ ਕਾਹਲੀ ਆ, ਮੇਰੇ ਮਨ ਦੇ ਵਿੱਚ ਬੜੀ ਖਿੱਚ ਪੈਦਾ ਹੋ ਗਈ ਆ, ਮੈਨੂੰ ਜਾਣ ਦਿਓ, ਤੁਸੀਂ ਆ ਜਿਓ ਹੌਲੀ ਹੌਲੀ। ਤੂਰਨ ਤੋਰ ਤੁਰੰਗਨ ਤਬੈ, ਗਮਨੇ ਮਾਰਗ ਤਜ ਕਰ ਸਬੈ। ਉਹ ਤੋਰ ਲਈ ਆ ਘੋੜੀ, ਤੇ ਗੁਰੂ ਪਿਆਰਿਓ ਚਲੋ ਚਾਲ ਬੜੀ ਤੇਜ਼ੀ ਦੇ ਨਾਲ ਘੋੜੀ ਤੇ ਚੜ ਕੇ ਅਨੰਦਪੁਰ ਸਾਹਿਬ ਦੇ ਰਸਤੇ ਪੈ ਗਏ ਜੀ। ਸ਼ੀਘਰ ਸਾਥ ਮਨ ਚਲਤੇ ਚਲਤੇ, ਪਾਮ ਧਿਆਨ ਪਾਨ ਕਛ ਟਲਤੇ। ਔਰ ਬੜੀ ਤੇਜ਼ੀ ਨਾਲ ਜਾ ਰਹੇ ਨੇ, ਪਰ ਅਕਸਰ ਪੈਂਡਾ ਤਾਂ ਪੈਂਡਾ ਹੀ ਹੈ, ਪੈਂਡਾ ਤਾਂ ਪੈਂਡੇ ਨਾਲ ਹੀ ਤੈਅ ਹੋਣਾ। ਤੇ ਚਲਦੇ ਦੁਪਹਿਰਾ ਹੋ ਗਿਆ, ਤੇ ਦੁਪਹਿਰੇ ਜਾਨਵਰ ਨੂੰ ਵੀ ਆਰਾਮ ਚਾਹੀਦਾ, ਤੇ ਰਾਮ ਕੋਇਲ ਜੀ ਨੇ ਵੀ ਆਰਾਮ ਕਰਨਾ ਸੀ, ਤਾਂ ਤੇ ਘੋੜੀ ਨੂੰ ਇਹਨਾਂ ਨੇ ਛਾਂ ਦੇ ਵਿੱਚ ਰੋਕ ਲਿਆ ਹੈ। ਕੋਸ 25 ਸਕ ਪਹੁੰਚੇ ਜਾਏ, ਪੈਂਡੋ ਦੂਰ ਰਿਓ ਪੁਰਥਾਏ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 25 ਕੋ ਪੈਂਡਾ ਤੈਅ ਕੀਤਾ ਇਹਨਾਂ ਨੇ ਦੋ ਪਹਿਰਾਂ ਦੇ ਵਿੱਚ। ਇਤ ਸ਼੍ਰੀ ਗੁਜਰੀ ਪੁੰਨਮਾਨੀ, ਉੱਠੀ ਪ੍ਰਾਤ ਕਰ ਮੱਜਰ ਪਾਣੀ। ਔਰ ਇਹ ਚਾਲੇ ਪਾ ਰਹੇ ਆ, ਚਲਦੇ ਜਾ ਰਹੇ ਆ। 25 ਕੋ ਤੇ ਜਾ ਕੇ ਆਰਾਮ ਕੀਤਾ, ਘੋੜੀ ਨੂੰ ਵੀ ਦਮ ਦਵਾਇਆ। ਇਧਰ ਮਾਤਾ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਤਿਆਰੀ ਕੀਤੀ ਆ ਸਾਰੀ। ਜਬ ਜੇ ਆਦ ਪਾਠ ਕਰ ਬਾਣੀ,
ਜਾਨੀ ਬੈਠੀ ਪੁਨ ਪ੍ਰਤੀ ਖਨ ਖਾਨੀ। ਅੰਮ੍ਰਿਤ ਵੇਲੇ ਦਾ ਨਿਤਨੇਮ ਕਰਕੇ ਮਾਤਾ ਗੁਜਰੀ ਜੀ ਉਸ ਬ੍ਰਹਮ ਗਿਆਨੀਆਂ ਨੂੰ ਉਡੀਕਣ ਲੱਗੇ, ਜਿਨ੍ਹਾਂ ਦੇ ਬਾਰੇ ਕੱਲ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ। ਇਹ ਦੱਸਿਆ ਨਹੀਂ ਕਿ ਕੌਣ ਆ ਰਿਹਾ ਹੈ, ਪਰ ਆ ਜਾਵੇਗਾ ਤੜਕੇ। ਪੁੱਤਰ ਬਾਕ ਪਰ ਨਿਸ਼ਚਾਲੀਏ ਭੋਜਨ ਜਲ ਅਚੰਭੋ ਰਹਿ ਕੀਏ। ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਬੜਾ ਹੀ ਉਹਨਾਂ ਨੂੰ ਭਰੋਸਾ ਹੈ, ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਭੋਜਨ ਉਹਨਾਂ ਦੇ ਆਉਣ ਤੋਂ ਬਾਅਦ ਛਕਣਾ। ਇਸ ਕਰਕੇ ਮਾਤਾ ਜੀ ਨੇ ਛਕਿਆ ਵੀ ਕੁਝ ਨਹੀਂ, ਨਿਤਨੇਮ ਕੀਤਾ ਹੈ। ਉਤ ਕੰਠਤ ਬੈਠੀ ਬੜ ਭਾਗਨਾ ਪੂਰਬ ਸੰਤ ਪਿਖਨ ਅਨਰਾਗਨ। ਉਤ ਕੰਠਤ ਉਡੀਕ ਦੇ ਵਿੱਚ ਮਾਤਾ ਗੁਜਰੀ ਜੀ ਵੱਡੇ ਭਾਗਾਂ ਵਾਲੇ ਐਸੇ ਸੰਤ ਦੇ ਦਰਸ਼ਨਾਂ ਲਈ ਚਾਹਵਾਨ ਬੈਠੇ ਹਨ, ਧਾਰ ਕੇ ਹੁਣ ਵੀ ਆਏ ਉਡੀਕ ਰਹੇ ਹਨ। ਬੀਤੇ ਜਵੇ ਜਾਮ ਜੁਗ ਬੈਸੇ ਸੁਤ ਡਿਗ ਪਠਿਓ ਦਾਸ ਕੋ ਐਸੇ। ਔਰ ਉਡੀਕਦੇ ਆ ਉਦੋਂ ਘੜੀਆਂ ਤਾਂ ਨਹੀਂ ਸੀ ਹੁੰਦੀਆਂ, ਪਰ ਸੂਰਜ ਸੈਂਟਰ ਚ ਆ ਗਿਆ ਤੇ 2 ਪਹਿਰਾ ਹੋ ਗਿਆ। ਕੋ ਸਤਿਨਾਮ ਵਾਹਿਗੁਰੂ। ਤੇ ਮਾਤਾ ਜੀ ਨੇ ਘਰੋਂ ਇੱਕ ਸੇਵਕ ਨੂੰ ਗੁਰੂ ਗੋਬਿੰਦ ਸਿੰਘ ਜੀ ਕੋਲ ਦੀਵਾਨ ਵਿੱਚ ਭੇਜਿਆ ਹੈ ਕਿ ਜਾ ਪੁੱਤਰ ਕਰਿਓ ਪ੍ਰਤੀਕਨ ਕਹੇ ਤੁਹਾਰੇ ਨ ਆਇਓ ਨ ਅਚਿਓ ਆਹਾਰੇ। ਜਾ ਕੇ ਦੱਸ ਗਿਆ ਮੇਰੇ ਲਾਲ ਨੂੰ ਕਿ ਤੁਹਾਡੇ ਕਹਿਣ ਤੇ ਮੈਂ ਉਡੀਕ ਰਹੀ ਆ, ਪਰ ਹਜੇ ਤੱਕ ਤਾਂ ਕੋਈ ਆਇਆ ਨਹੀਂ, ਮੈਂ ਤਾਂ ਭੋਜਨ ਵੀ ਨਹੀਂ ਛਕਿਆ। ਅਬ ਮਧਿਆਨ ਕਾਲ ਪੇ ਬੀਤਾ ਰਹਿ ਗਿਓ ਮੋਰ ਮਨੋਰਥ ਰੀਤਾ। ਹੁਣ ਤਾਂ ਦੁਪਹਿਰ ਦਾ ਵੇਲਾ ਵੀ ਲੰਘਦਾ ਜਾ ਰਿਹਾ ਹੈ ਤੇ ਮੇਰਾ ਤਾਂ ਮਨੋਰਥ ਰਹਿ ਗਿਆ। ਆਏ ਆਨੰਦਪੁਰ ਆਜ ਕੇ ਨਾਹੀ ਨਿਪੁਨ ਜੇ ਸੰਤ ਗਿਆਨ ਕੇ ਮਾਹੀ। ਇਹੋ ਜਿਹਾ ਉੱਚੀ ਅਵਸਥਾ ਵਾਲਾ ਸੰਤ ਜਾ ਪੁੱਛ ਗਿਆ ਪੁੱਤਰ ਜਾ ਕੇ ਮੇਰੇ ਲਾਲ ਗੋਬਿੰਦ ਸਿੰਘ ਜੀ ਨੂੰ ਬਈ ਉਹ ਆਵੇਗਾ ਅੱਜ ਕਿ ਨਹੀਂ ਆਵੇਗਾ। ਅਬ ਜਿਮ ਕਹੋ ਕਰੇ ਸੰਤ ਰੀਤਾ ਸੁਨ ਬੋਲੇ ਸਤਿਗੁਰ ਬੁੱਧ ਚੀਤ। ਤੇ ਜੋ ਉਹ ਕਹਿੰਦੇ ਹਨ ਮੈਨੂੰ ਆ ਕੇ ਦੱਸੀ, ਫਿਰ ਮੈਂ ਉਵੇਂ ਕਰਾਂਗੀ। ਧਨ ਮਨੋਰਥ ਹੈ ਤੁਮਾਰਾ ਕਰੀ ਪ੍ਰਤੀਕਨ ਧਨ ਉਦਾਰਾ। ਔਰ ਹੁਣ ਜਿਵੇਂ ਕਹੋਗੇ ਉਸੇ ਤਰ੍ਹਾਂ ਅਸੀਂ ਅੱਗੇ ਕਰੀਏ। ਇਹ ਸੁਣ ਕੇ ਸਤਿਗੁਰੂ ਜੀ ਪ੍ਰਸੰਨ ਹੋ ਕੇ ਬੋਲੇ, ਧਨ ਹੈ ਮਾਤਾ ਤੂੰ ਤੇ ਧਨ ਹੈ ਤੇਰੇ ਮਨ ਦਾ ਮਨੋਰਥ। ਰੋਜ਼ ਆਪਾਂ ਵੀ ਇਹੀ ਅਰਦਾਸ ਕਰਦੇ ਆ ਨਾ, ਸੇ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਇਹ ਧਨ ਹੈ ਤੂੰ ਤੇ ਧਨ ਹੈ ਤੇਰੀ ਮਨ ਦੀ ਇੱਛਾ ਕਿ ਤੂੰ ਐਸੇ ਬ੍ਰਹਮ ਗਿਆਨੀ ਦੇ ਦਰਸ਼ਨਾਂ ਲਈ ਉਡੀਕਵਾਨ ਹੈ। ਜਾਵੋ ਆਹਾਰ ਸੁਰ ਸਵਾਰੇ ਮਦਰ ਸਲਵਨ ਅਨੇਕ ਪ੍ਰਕਾਰੇ। ਤੇ ਸੇਵਕ ਨੂੰ ਕਹਿੰਦੇ ਜਾ ਮਾਤਾ ਨੂੰ ਕਹਦੇ ਹੁਣ ਭੋਜਨ ਤਿਆਰ ਕਰਨਾ ਸ਼ੁਰੂ ਕਰ ਦੇਵੇ। ਕਰਿਵਾਹੋ ਸਭ ਵਿਦ ਕੀ ਤਿਆਰੀ ਸਕਲ ਪਰੋਸੋ ਥਾਲ ਮਜਾਰੇ। ਕਹਿੰਦੇ ਮਾਤਾ ਨੂੰ ਰਸਦਾਇਕ ਸੁੰਦਰ ਭੋਜਨ ਤਿਆਰ ਕਰਕੇ ਥਾਲ ਪਰੋਸ ਲਵੇ ਤੇ ਢੱਕ ਕੇ ਰੱਖ ਦੇਵੇ। ਜਲਦੀ ਹੀ ਪਹੁੰਚ ਰਿਹਾ ਛਕਣ ਵਾਲਾ। ਜਬ ਸਭੋਂ ਵਿਦਇ ਕਰ ਲੈ ਹੋ ਤਤ ਕਾਲ ਹੀ ਦਰਸ਼ਨ ਪੈ ਹੋ। ਤੇ ਜਦੋਂ ਹੀ ਤੁਸੀਂ ਭੋਜਨ ਨੂੰ ਤਿਆਰ ਕਰਕੇ ਢੱਕ ਦਿੱਤਾ ਨਾ, ਛਕਣ ਵਾਲਾ ਤੁਰੰਤ ਤੁਹਾਡੇ ਸਾਹਮਣੇ ਆ ਜਾਵੇਗਾ। ਨਹੀਂ ਬਿਲਮ ਆਵੇ ਆਵਨ ਮਾਹੀ ਤਿਆਰੀ ਕਰੋ ਭਾਵ ਤਰਤਾਏ। ਬਹੁਤਾ ਟਾਈਮ ਨਹੀਂ ਲੱਗੇਗਾ, ਜਲਦੀ ਹੀ ਆ ਜਾਵੇਗਾ। ਇਸ ਪ੍ਰਕਾਰ ਸ੍ਰੀ ਗੁਰ ਫਰਮਾਇਓ ਸੁਣਤ ਦਾਸ ਨੇ ਜਾਏ ਸੁਨਾਇਓ। ਉਹ ਜਿਵੇਂ ਸੇਵਕ ਨੂੰ ਸੁਨੇਹਾ ਲਾਇਆ ਮੇਰੇ ਪ੍ਰੀਤਮ ਨੇ, ਉਹਨੇ ਆ ਕੇ ਮਾਤਾ ਜੀ ਨੂੰ ਦੱਸ ਦਿੱਤਾ ਜੀ। ਪਰਮ ਪ੍ਰਸੰਨ ਜਨ ਮਨ ਪਇਓ ਕਰਿਓ ਤਿਆਰ ਸੋ ਆਇਸ ਦਿਓ। ਔਰ ਇਸ ਤਰ੍ਹਾਂ ਮਾਤਾ ਜੀ ਨੇ ਉਸੇ ਵੇਲੇ ਹੁਕਮ ਮੰਨ ਕੇ ਆਪਣੇ ਲਾਲ ਗੁਰੂ ਗੋਬਿੰਦ ਸਿੰਘ ਜੀ ਦਾ ਭੋਜਨ ਤਿਆਰ ਕਰਾਉਣਾ ਕੀਤਾ ਜੀ। ਬਹੁ ਤੂਰਨ ਕਰ ਬਹੁ ਨਰ ਲਾਏ ਵਿੰਜਨ ਨਾਨਾ ਭਾਂਤ ਕਰਾਏ। ਸੇਵਕਾਂ ਨੂੰ ਨਾਲ ਲਾ ਕੇ ਮਾਤਾ ਜੀ ਨੇ ਸੁੰਦਰ ਭੋਜਨ ਰਸਦਾਇਕ ਤਿਆਰ ਕੀਤੇ ਹਨ। ਹਟ ਰਸ ਜੁਗਤ ਸਵਾਦ ਮਨ ਭਾਵਾ ਆਪਣਾ ਜੂਰ ਥਾਲ ਮੇ ਪਾਵਾ। ਹਟ ਰਸ ਹੁੰਦਾ 6 ਰਸਾਂ ਵਾਲੇ ਮਿੱਠਾ ਸਬਜੀ ਹੋਰ ਤਰ੍ਹਾਂ ਤਰ੍ਹਾਂ ਦੇ ਭੋਜਨ ਤਿਆਰ ਕਰਕੇ ਆਪਣੇ ਨਿਗਾਹ ਦੇ ਸਾਹਮਣੇ ਮਾਤਾ ਜੀ ਨੇ ਥਾਲ ਤਿਆਰ ਕੀਤਾ ਹੈ ਜੀ। ਸਰਬ ਪ੍ਰਕਾਰ ਨੇ ਕਰਕੇ ਤਿਆਰੀ ਕਰੇ ਪ੍ਰਤੀਕਨ ਭਾਉ ਸੋ ਭਾਰੇ। ਔਰ ਫਿਰ ਧਰ ਕੇ ਥਾਲ ਨੂੰ ਢੱਕ ਦਿੱਤਾ ਹੈ ਤੇ ਫਿਰ ਬੈਠ ਗਏ ਉਡੀਕ ਦੇ ਵਿੱਚ। ਜਬ ਮਧਿਆਨ ਚਲਿਓ ਮਗਿਆਵਤ ਬੜਵਾ ਕੋ ਪ੍ਰੇਰਿਤ ਉਤਲਾਵਤ। ਉਧਰ ਬਾਬਾ ਰਾਮ ਕੋਇਲ ਜੀ ਗੁਰਬਖਸ਼ ਸਿੰਘ ਜੀ ਜਦੋਂ ਦੁਪਹਿਰਾ ਕੱਟ ਰਹੇ ਆ ਖੇਤ ਦੇ ਵਿੱਚ ਇੱਕ ਦਰਖਤ ਦੇ ਹੇਠਾਂ ਖੜੇ, ਤਾਂ ਇਹਨਾਂ ਨੇ ਸੋਚਿਆ ਵੀ ਘੋੜੀ ਤਾਂ ਬਹੁਤ ਭਜਾਈ ਆ, ਹਜੇ ਤਾਂ 25 ਕੋਹ ਹਜੇ ਪੈਂਡਾ ਤੈਅ ਕੀਤਾ,
ਪਰ ਹਜੇ ਇੰਨਾ ਹੀ ਪੈਂਡਾ ਅੱਗੇ ਪਿਆ ਹੈ ਤੇ ਉਧਰ ਪਾਤਸ਼ਾਹ ਦਾ ਹੁਕਮ ਹੈ ਜਲਦੀ ਪਹੁੰਚਣ ਦਾ। इत आनंदपुर को वृतांत जानियो राम कोयर मन शांत। ਬਾਬਾ ਰਾਮ ਕੋਇਲ ਜੀ ਨੇ ਉਧਰਲਾ ਬਿਰਤਾਂਤ ਵੀ ਜਾਣਿਆ, ਕਿਉਂਕਿ ਉਹ ਵੀ ਘੱਟ ਨਹੀਂ, ਹਰਕਾ ਸੇਵਕ ਸੋਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਉਹ ਵੀ ਬਿਰਤਾਂਤ ਵੇਖ ਰਹੇ ਆ ਅਨੰਦਪੁਰ ਸਾਹਿਬ ਦਾ ਕਿ ਕਿਸ ਤਰ੍ਹਾਂ ਮਾਤਾ ਬੜੀ ਉਡੀਕ ਦੇ ਵਿੱਚ ਭੋਜਨ ਤਿਆਰ ਕਰਕੇ ਬੈਠ ਗਏ ਹਨ ਤੇ ਮੈਂ ਤਾਂ 25 ਕੋ ਆਇਆ 2 ਪਹਿਰਾਂ ਦੇ ਵਿੱਚ, ਤੇ ਜੇ ਮੈਂ ਇਸੇ ਤਰ੍ਹਾਂ ਚੱਲਿਆ ਤੇ ਫਿਰ ਅੱਗੇ ਛਾਵਾਂ ਪੈ ਜਾਣੀਆਂ ਤੇ ਮਾਤਾ ਉਡੀਕ ਰਹੀ ਹੈ ਤੇ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਕਿਵੇਂ ਪੂਰੇ ਹੋਣਗੇ। ਇਸ ਕਰਕੇ पहुंचो जाय नाज मत बिना बिन पहुंचे मिथ्या होय जना। ਸਾਧ ਦੀ ਜਿਹੜੀ ਬਚਨ ਹੈ ਉਹ ਪੂਰਾ ਹੋਣਾ ਚਾਹੀਦਾ ਹੈ। ਸਾਧ ਬਚਨ ਅਟਲਾਂ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ, ਜਿਸ ਤਰ੍ਹਾਂ ਗੁਰੂ ਪਿਆਰਾ ਲਾਹੌਰ ਦਾ ਜਿਹੜਾ ਭਾਈ ਲੱਦਾ ਸੀਗਾ, ਉਹ ਲੱਦੇ ਨੇ ਜਿਸ ਵੇਲੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਸੱਤੇ ਬਲਵੰਡੇ ਹੋਰਾਂ ਨੂੰ ਮਿਲਾਉਣਾ ਕੀਤਾ ਤੇ ਪਾਤਸ਼ਾਹ ਦਾ ਬਚਨ ਸੀ ਕਿ ਇਹਨਾਂ ਦੀ ਕੋਈ ਸਿਫਾਰਿਸ਼ ਨਾ ਕਰੇ, ਕੋਈ ਇਹਨਾਂ ਨੂੰ ਮੇਰੇ ਕੋਲ ਲੈ ਕੇ ਨਾ ਆਵੇ, ਜਿਹੜਾ ਲੈ ਕੇ ਆਊਗਾ ਮੈਂ ਉਹਦਾ ਮੂੰਹ ਕਾਲਾ ਕਰਕੇ ਸਾਰੇ ਸ਼ਹਿਰ 'ਚ ਘੁਮਾ ਦੂੰਗਾ। ਹੁਣ ਇਹ ਗੱਲ ਤੇ ਪਰਪਕਾਰੀ ਨੂੰ ਵੀ ਪਤਾ ਹੈ ਤੇ ਉਸ ਨੇ ਗੁਰੂ ਪਿਆਰੂ ਆਪਣੇ ਘਰੋਂ ਮੂੰਹ ਕਾਲਾ ਕੀਤਾ। ਸ਼ਹਿਰ ਆ ਗਿਆ, ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਲਾਹੌਰ ਤੋਂ, ਤੇ ਇੱਥੇ ਆ ਕੇ ਗਧਾ ਲਿਆ ਘੁਮਿਆਰਾਂ ਦਾ ਤੇ ਸਾਰੇ ਸ਼ਹਿਰ ਦਾ ਗੇੜਾ ਲਾ ਕੇ ਹਰਮੰਦਰ ਸਾਹਿਬ ਦੀ ਪਰਿਕਰਮਾ ਆ ਬਾਹਰਲੀਆਂ ਬਿਲਡਿੰਗਾਂ ਉਦੋਂ ਨਹੀਂ ਸੀ ਹੁੰਦੀਆਂ, ਬਾਹਰਲੇ ਪਾਸੇ ਆ ਗਏ। ਰੌਲਾ ਪਿਆ, ਪਿੱਛੇ ਬੱਚੇ ਚਾਹ ਨਾਲ ਲੱਗੇ ਹੋਏ, ਪਿੱਛੇ ਸੱਤਾ ਬਲਵੰਡਾ। ਬਾਦਸ਼ਾਹ ਕਹਿੰਦੇ ਵੀ ਆਹ ਕੌਣ ਹੈ, ਰੌਲਾ ਕਾਹਦਾ ਪੈਂਦਾ? ਸਿੱਖਾਂ ਨੇ ਜਾ ਕੇ ਵੇਖਿਆ ਜੀ ਉਹ ਲਾਹੌਰ ਵਾਲਾ ਰੰਦਾ ਪਰਪਕਾਰੀ। ਰੌਲਾ ਕਾਹਦਾ ਹੈ? ਮਹਾਰਾਜ ਪਿੱਛੇ ਬੱਚੇ ਲੱਗੇ ਹੋਏ ਐ, ਉਹਨੇ ਮੂੰਹ ਕਾਲਾ ਕਰਕੇ ਗਲੇ ਚੜਿਆ ਹੋਇਆ ਨਾਲ ਸੱਤੇ ਬਲਵੰਡੇ ਨੂੰ ਲੈ ਕੇ ਰਾਗੀਆਂ ਨੂੰ। ਓਹੋ, ਉਹਨੇ ਐ ਕਿਉਂ ਕੀਤਾ? ਜਾਓ ਲਾ ਕੇ ਲਿਆਓ ਉਹਨੂੰ ਗਲੇ ਥੱਲੇ। ਕੋ ਸਤਿਨਾਮ ਕੋਲੇ ਲਿਆਂਦਾ ਪਾਤਸ਼ਾਹ ਨੇ। ਕਹਿਣ ਲੱਗੇ ਕੀ ਗੱਲ ਬਈ ਤੂੰ ਇਹ ਕੀਤਾ? ਕਹਿੰਦਾ ਜੀ ਤੁਹਾਡਾ ਬਚਨ ਅਟੱਲ ਹੋਣਾ ਚਾਹੀਦਾ ਹੈ, ਜਿਸ ਸਜ਼ਾ ਲਾਈ ਸੀ ਉਹ ਭੁਗਤ ਲਈ ਹੈ ਤੇ ਇਹਨਾਂ ਰਾਗੀਆਂ ਨੂੰ ਮਾਫ ਕਰ ਦਿਓ। ਖੈਰ ਅੱਗੇ ਚਲੀ ਗਈ ਆਪਾਂ। ਇਸੇ ਤਰ੍ਹਾਂ ਭਾਈ ਸਾਹਿਬ ਨੇ ਸੋਚਿਆ ਕਿ ਹੁਣ ਇੱਥੇ ਕਰਾਮਾਤੀ ਸ਼ਕਤੀ ਵਰਤਣੀ ਪੈਣੀ ਹੈ। ਹੁਣ ਇੱਥੇ ਘੋੜੀ ਦੇ ਨਾਲ ਤਾਂ ਜਲਦੀ ਨਹੀਂ ਪਹੁੰਚਿਆ ਜਾਂਦਾ। त्याही करने सबन बन आए जो सतगुर की होय रजाए। ਇਹ ਵੀ ਗੁਰੂ ਦੀ ਰਜ਼ਾ ਹੈ, ਹੁਣ ਜਲਦੀ ਤਾਂ ਫਿਰ ਕਰਾਮਾਤ ਨਾਲ ਹੀ ਪਹੁੰਚਿਆ ਜਾਣਾ ਹੈ। ਇਸ ਕਰਕੇ ਗੁਰੂ ਦਾ ਬਚਨ ਝੂਠਾ ਨਹੀਂ ਪੈਣਾ ਚਾਹੀਦਾ। ਇਸ ਕਰਕੇ असमन जान छिनक में आवा सतगुर के पग शीस ने बाबा। तो बाबा जी ने फिर अपनी उत्थे करामाती शक्ति वरती आ और अगले ही क्षण जिस तरह गुरु नानक देव जी महाराज गुरु प्यारो सखर पखर की जगह तो मक्के ਨੂੰ ਜਾਂਦੇ ਹੋਏ ਬੈਠੇ ਸਨ ਤੇ ਜਹਾਜ਼ ਤੇ ਲੈ ਕੇ ਨਹੀਂ ਗਏ। ਦੂਜੇ ਹਾਜੀ ਕਹਿੰਦੇ ਤੂੰ ਹਿੰਦੂ ਹੈ, ਤੈਨੂੰ ਨਹੀਂ ਲੈ ਕੇ ਜਾਂਦੇ ਅਸੀਂ। ਬਾਬਾ ਕਹਿੰਦਾ ਠੀਕ ਹੈ ਭਾਈ, ਮਰਦਾਨੇ ਆਪਾਂ ਚੱਲੀਏ ਪੁੱਠੇ ਮੁੜ ਕੇ, ਹੁਣ ਇਹ ਤਾਂ ਸਾਲ ਭਰ ਦਾ ਰਸਤਾ ਹੈ, ਜਹਾਜ਼ ਬਿਨਾਂ ਕਿਵੇਂ ਜਾਵਾਂਗੇ? ਮਰਦਾਨਾ ਕਹਿੰਦਾ ਤੁਹਾਨੂੰ ਕੌਣ ਰੋਕ ਸਕਦਾ? ਕਹਿੰਦੇ ਚੰਗਾ ਸ਼ਬਦ ਗਾ ਫਿਰ ਨੇਤਰ ਬੰਦ ਕਰ। ਅਗਲੀ ਪਾਸੇ ਨੇਤਰ ਖੋਲੇ ਆ ਤੇ ਮੱਕੇ ਦੀ ਪਰਿਕਰਮਾ ਦੇ ਬਾਹਰ ਬੈਠਦੇ ਆ। ਕੋ ਸਤਿਨਾਮ। ਇਹ ਸ਼ਕਤੀਆਂ ਸਤਿਗੁਰਾਂ ਕੋਲੇ ਆ, ਸਿੱਖਾਂ ਕੋਲੇ ਵੀ ਹੈ, ਭਜਨ ਬੰਦਗੀ ਵਾਲਿਆਂ ਕੋਲੇ। ਤਾਂ ਇਹ ਅਗਲੇ ਹੀ ਛਣ 10ਵੇਂ ਪਾਤਸ਼ਾਹ ਜੀ ਦੇ ਦੀਵਾਨ ਵਿੱਚ ਜਾ ਹਾਜ਼ਰ ਹੋਏ ਜੀ। बार बार अब बंधन करे परम प्रेम ते रूप न रहे। बड़े प्रेम ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰਾਂ ਕਰਦੇ ਆ, ਬਾਰ-ਬਾਰ ਨਾਲੇ ਦਰਸ਼ਨ ਕਰੀ ਜਾਂਦੇ ਹਨ। ਕੋਸ਼ਲ ਬੋਝ ਗੁਰ ਸਾਧਨ ਪਾਖਾ ਚੋਹਾਰ ਮਹਿਤ ਅਭਿਲਾਖਾ। ਆਓ ਬਾਬਾ ਜੀ ਆ ਗਏ ਠੀਕ ਠਾਕ ਹੋ, ਖੈਰ ਸੁੱਖਾ ਨਗਰ ਚ। ਹਾਂ ਮਹਾਰਾਜ ਕਿਰਪਾ ਸੋਡੀ। ਕਹਿੰਦੇ ਚੰਗਾ ਜਾਓ ਘਰੇ, ਹੁਣ ਪ੍ਰਸ਼ਾਦਾ ਤਿਆਰ ਹੈ ਤੇ ਛਕੋ ਮਾਤਾ ਕੋਲ ਜਾ ਕੇ। ਦਾਸ ਏਕ ਕਰ ਦੀਨੋ ਸੰਗ ਗਏ ਮਾਤ ਕੇ ਮਹਿਲੋ ਤੰਗ। ਔਰ ਕੋਲੋਂ ਇੱਕ ਸਿੱਖ ਨੂੰ ਭੇਜਿਆ, ਜਾ ਘਰੇ ਲੈ ਜਾ ਬਾਬਾ ਜੀ ਨੂੰ, ਮਾਤਾ ਜੀ ਕੋਲ ਪ੍ਰਸ਼ਾਦਾ ਤਿਆਰ ਹੈ, ਛਕਾ ਕੇ ਲਿਆਓ। ਕਰਿਓ ਤੋ ਤਬ ਥਾਲ ਸੋ ਤਿਆਰੀ ਰਾਮ ਕੋਇਰ ਪਹੁੰਚੋ ਸਿੱਖ ਭਾਰੇ। ਔਰ ਮਾਤਾ ਜੀ ਪ੍ਰਸ਼ਾਦੇ ਦਾ ਥਾਲ ਸਜਾ ਕੇ ਨੇਤਰ ਬੰਦ ਕਰਕੇ ਉਡੀਕ ਰਹੇ ਤੇ ਰਾਮ ਕੌਰ ਜੀ ਨੇ ਜਾ ਨਮਸਕਾਰ ਕੀਤੀ ਹੈ। ਮਾਤਾ ਕੇ ਪਾਇਨ ਪਰ ਪਰਿਓ ਪੂਰਨ ਜਾਏ ਮਨੋਰਥ ਕਰਿਓ। ਔਰ ਮਾਤਾ ਦਾ ਮਨੋਰਥ ਪੂਰਾ ਕਰ ਦਿੱਤਾ ਹੈ। ਉਹ ਬ੍ਰਹਮ ਗਿਆਨੀ ਜੋ ਸਰਵ ਕਲਾ ਸਮਰੱਥ ਗੁਰੂ ਨਾਨਕ ਪਾਤਸ਼ਾਹ ਨੇ ਬਣਾਇਆ ਹੈ,
ਜਾਂ ਮੱਥਾ ਟੇਕਦੇ ਹਨ। ਸੁੰਦਰ ਆਸਨ ਤਾਂਡ ਸਾਵਾ ਤਿਸ ਪ੍ਰਸਾਦਰ ਭਾਗ ਬਿਠਾਵਾ। ਬਹੁਤ ਸੁੰਦਰ ਆਸਨ ਲਾਇਆ ਹੋਇਆ ਇਹਨਾਂ ਦੇ ਬੈਠਣ ਲਈ, ਉਸ ਦੇ ਉੱਪਰ ਮਾਤਾ ਜੀ ਨੇ ਬਿਠਾਇਆ ਹੈ। ਔਰ ਫਿਰ ਆਗੇ ਬਾਰ ਮਾਤ ਤਰ ਦੀਨਸ ਆਪਣੇ ਹਾਥ ਬੀਜਨਾ ਲੀਨਸ। ਫਿਰ ਮਾਤਾ ਜੀ ਨੇ ਭੋਜਨ ਵਾਲਾ ਥਾਲ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਜੋ ਸਜਾਇਆ ਹੈ ਰਾਮ ਕੋਇਲ ਜੀ ਦੇ ਅੱਗੇ ਰੱਖਿਆ, ਹੱਥ ਸਾਫ਼ ਕਰਵਾਏ ਹਨ। ਭਾਈ ਸਾਹਿਬ ਦੀ ਪ੍ਰਸ਼ਾਦਾ ਛਕਣ ਲੱਗੇ, ਮਾਤਾ ਜੀ ਆਪਣੇ ਹੱਥ ਨਾਲ ਪੱਖਾ ਝੱਲਣ ਲੱਗੇ ਜੀ। ਬੰਦ ਬੰਦ ਕਰ ਪੰਖ ਚੁਲਾਵਾ ਧਰੇ ਭਾਵ ਭੋਜਨ ਅਚਵਾਵਾ। ਔਰ ਬੜੇ ਪਿਆਰ ਦੇ ਨਾਲ ਮਾਤਾ ਜੀ ਨੇ ਭੋਜਨ ਛਕਾਉਣਾ ਕੀਤਾ ਹੈ ਜੀ। ਮਹਾਪੁਰਖ ਪੂਰਨ ਮਨ ਜਾਣੇ ਦਰਸ਼ਨ ਕਰਤ ਪਾਉ ਰਿਦ ਠਾਣੇ। ਔਰ ਵਾਕਿਆ ਹੀ ਮਾਤਾ ਜੀ ਕਹਿੰਦੇ ਹਨ ਕਿ ਇਹ ਮਹਾਪੁਰਖ ਹਨ, ਵਾਕਿਆ ਹੀ ਜੋ ਮੇਰੇ ਪੁੱਤਰ ਨੇ ਕਿਹਾ ਸੀਗਾ ਉਹ ਹੀ ਹਨ ਇਹ। ਭੋਜਨ ਲਗੀ ਮਾਤ ਸਤ ਪਾਏ ਆਜ ਕਹਾਂ ਤੇ ਚਲ ਕਰ ਆਏ। ਹੁਣ ਮਾਤਾ ਪੁੱਛਦੀ ਹੈ, ਮਹਾਂਪੁਰਸ਼ੋ ਅੱਜ ਕਿੱਥੋਂ ਚੱਲ ਕੇ ਆਇਓ? ਵੀ ਪਤਾ ਕਰਾਂ ਵੀ ਨੇੜਿਓਂ ਆਏ ਆ ਕਿ ਦੂਰੋਂ ਆਏ ਆ। ਪਰ ਹੁਣ ਇੱਥੇ ਜੇ ਦੱਸਦੇ ਆ ਤੇ ਕਰਾਮਾਤੀ ਸ਼ਕਤੀ ਵੀ ਜ਼ਾਹਰ ਹੁੰਦੀ ਆ। ਇਸ ਕਰਕੇ ਕਹਿੰਦੇ ਬਾਬਾ ਜੀ ਕਿੱਥੋਂ ਆਏ ਹੋ ਤੁਸੀਂ ਅੱਜ? ਰਾਮ ਕੋਇ ਰਚ ਭੋਜਨ ਸੋਏ ਬੋਲਿਓ ਹੱਥ ਜੋੜ ਕਰ ਦੋਏ। ਰਾਮ ਕੋਇਲ ਜੀ ਨੇ ਪਹਿਲਾਂ ਭੋਜਨ ਛਕਿਆ, ਫਿਰ ਹੱਥ ਸਾਫ਼ ਕੀਤੇ, ਚੂੜਾ ਕੀਤਾ। ਜਦੋਂ ਮਾਤਾ ਜੀ ਨੇ ਪੁੱਛਿਆ ਮਹਾਂਪੁਰਸ਼ੋ ਕਿੱਥੋਂ ਆਏ ਹੋ ਅੱਜ ਤੁਸੀਂ? ਹੱਥ ਬੰਨ ਕੇ ਕਹਿੰਦੇ ਕਹਾਂ ਰਖੇ ਰਾਖੇ ਗੁਰ ਜਹਾਂ ਜਹਾਂ ਪਠਾਵੇ ਜਾਵੇ ਤਹਾਂ। ਮਾਤਾ ਜੀ ਜਿੱਥੇ ਗੁਰੂ ਰੱਖਦਾ ਉੱਥੇ ਰਹਿ ਪੈਂਦੇ ਆ, ਜਿੱਥੇ ਭੇਜਦਾ ਉੱਥੇ ਚਲੇ ਜਾਂਦੇ ਆ। ਪਰ ਹੁਣ ਜੇ ਕਹਿੰਦੇ ਵੀ ਅੱਜ ਤੜਕੇ ਅੰਮ੍ਰਿਤਸਰ ਚੱਲੇ ਅਸੀਂ, ਫੇਰ ਤਾਂ ਅੰਦਰ ਮਾਣ ਹੰਕਾਰ ਜਾ ਆ ਜਾਂਦਾ ਨਾ। ਇਸ ਕਰਕੇ ਐਸੇ ਰੱਬ ਦੇ ਪਿਆਰੇ ਵੀ ਦੁਨੀਆ 'ਚ ਹੋਏ ਜਿਨ੍ਹਾਂ ਨੇ ਲੋੜ ਪੈਣ ਤੇ ਸ਼ਕਤੀ ਵਰਤੀ ਆ। ਜਿਵੇਂ ਭਾਈ ਜੇਠਾ ਜੀ ਹੋਰਾਂ ਨੇ ਗੁਰੂ ਪਿਆਰਿਓ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਚੋਂ ਬਾਹਰ ਕੱਢਣ ਵਾਸਤੇ ਕੁਝ ਸਮੇਂ ਦੀ ਸ਼ਕਤੀ ਵਰਤੀ। ਉਹ ਵੀ ਬਾਬਾ ਬੁੱਢਾ ਜੀ ਦੇ ਕਹਿਣ ਤੇ ਵਰਤੀ। ਫਿਰ ਉਹਨਾਂ ਨੇ ਬਾਬਾ ਬੁੱਢਾ ਜੀ ਕਹਿੰਦੇ ਵੀ ਮੈਨੂੰ ਹੁਕਮ ਹੈ ਮਾਤਾ ਗੰਗਾ ਜੀ ਦਾ, ਹਰਗੋਬਿੰਦ ਸਾਹਿਬ ਨੂੰ ਜਿਵੇਂ ਮਰਜ਼ੀ ਕਿਲੇ ਚੋਂ ਬਾਹਰ ਲੈ ਕੇ ਆਓ। ਤੇ ਭਾਈ ਸਿੰਘ ਸਾਹਿਬ ਜੀ ਕਹਿਣ ਲੱਗੇ ਜੋ ਪੰਜ ਸਿੱਖ ਨਾਲ ਸੀ ਛੇਵੇਂ ਪਾਤਸ਼ਾਹ ਦੇ, ਉਹ ਬਾਹਰ ਗੁਰਮਤਾ ਹੋ ਰਹੇ ਆ, ਕਿਲੇ ਦੇ ਬਾਹਰ ਬੈਠੇ ਆ ਸਾਰੇ। ਬਾਬਾ ਬੁੱਢਾ ਜੀ ਕਹਿੰਦੇ ਵੀ ਜਿਵੇਂ ਮਰਜ਼ੀ ਕੱਢੋ, ਮਾਹਰ ਕਰ ਤਾਂ ਸਕਦੇ ਆ ਕਰਾਮਾਤੀ ਸ਼ਕਤੀ ਵਰਤ ਕੇ, ਪਰ ਜੇ ਅਸੀਂ ਉਹ ਸ਼ਕਤੀ ਵਰਤ ਲਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁੱਸੇ ਨਾ ਹੋ ਜਾਣ ਸਾਡੇ ਨੇ ਕਿਤੇ ਵੀ ਤੁਸੀਂ ਕਿਉਂ ਵਰਤੀ ਹੈ, ਕਿਉਂਕਿ ਗੁਰੂ ਘਰ ਦੇ ਵਿੱਚ ਸ਼ਕਤੀ ਵਰਤਣ ਦਾ ਹੁਕਮ ਨਹੀਂ ਹੈਗਾ। ਤੇ ਬਾਬਾ ਬੁੱਢਾ ਜੀ ਕਹਿੰਦੇ ਤੁਸੀਂ ਵਰਤੋ, ਜੇ ਪੁੱਛਿਆ ਤਾਂ ਕਹਿ ਦਿਓ ਬਾਬੇ ਬੁੱਢੇ ਨੇ ਕਿਹਾ ਸੀਗਾ। ਮੈਨੂੰ ਪੁੱਛਣਗੇ ਤਾਂ ਮੈਂ ਕਹਿ ਦੂੰ ਜੀ ਮਾਤਾ ਗੰਗਾ ਜੀ ਦਾ ਹੁਕਮ ਵਰਤਿਆ ਸੀ, ਤਾਂ ਸਾਡੀ ਚ ਕਿੱਥੇ ਤਾਕਤ ਆ। ਉਹ ਸਤਿਗੁਰੂ ਉਸ ਤਰ੍ਹਾਂ ਫਿਰ ਹਰਗੋਬਿੰਦ ਸਾਹਿਬ ਜੀ ਨੂੰ ਸ਼ੇਰ ਬਣ ਕੇ ਇਹਨਾਂ ਸਰਕਾਰਾਂ ਨੂੰ ਡਰਾਇਆ ਸੀ, ਉਸ ਵੇਲੇ ਜਹਾਂਗੀਰ ਨੂੰ ਡਰਾਇਆ ਸੀ ਤੇ ਗੁਰੂ ਪਾਤਸ਼ਾਹ ਨੂੰ ਬਾਹਰ ਲੈ ਕੇ ਆਇਆ ਸੀ। ਮੈਂ ਕਹਿੰਦਾ ਇਹੋ ਜਿਹਾ ਗੁਰੂ ਦਾ ਪਿਆਰਾ ਕੋਈ ਸ਼ੇਰ ਬਣ ਕੇ ਹੀ ਅੱਜ ਦੀਆਂ ਸਰਕਾਰਾਂ ਨੂੰ ਡਰਾ ਕੇ ਸਿੱਧੇ ਰਸਤੇ ਪਾ ਸਕਦਾ। ਗੁਰੂ ਕਿਰਪਾ ਕਰਨ, ਕਿਸੇ ਦੇ ਬਖਸ਼ਿਸ਼ ਕਰ ਦੇਣ ਐਸੇ ਸਾਧੂ ਤੇ ਨਾਮ ਜਪਣ ਵਾਲੀ ਰੂਹ ਤੇ। ਤਾਂ ਕਹਿਣ ਲੱਗੇ ਮਾਤਾ ਜੀ ਸਾਡਾ ਕੀ ਆ, ਜਿੱਥੇ ਗੁਰੂ ਰੱਖਦਾ ਉੱਥੇ ਰਹਿ ਪੈਂਦੇ ਆ, ਜਿੱਥੇ ਭੇਜ ਦਿੰਦਾ ਉੱਥੇ ਚਲੇ ਜਾਂਦੇ ਹਾਂ। ਪੁਤਲੀ ਕੇ ਅਧੀਨ ਕਿਆ ਹੈ ਨਰ ਕੇ ਬਸ ਵਰਤੀ ਨਿਤ ਰਹਿ। ਪੁਤਲੀ ਇਹ ਸਰੀਰ ਤੱਕ ਪੁਤਲਾ ਹੈ ਔਰ ਇਹਨੂੰ ਚਲਾਉਣ ਵਾਲਾ ਗੁਰੂ ਹੈ। ਤੇ ਪੁਤਲੇ ਦੇ ਕੀ ਬਸ ਹੈ, ਉਹਨੂੰ ਕਿਵੇਂ ਖਿਡਾਉਣਾ? ਜਿਵੇਂ ਉਂਗਲਾ ਚਲਾਉਂਦਾ ਗੁਰੂ, ਪੁਤਲੇ ਦਾ ਮਾਲਕ ਉਵੇਂ ਚੱਲਦਾ ਰਹਿੰਦਾ ਹੈ ਜੀ। ਜਤਾ ਕਰਾਏ ਤਥਾ ਸੋ ਕਰਹਿ ਤਿਮ ਸਤਿਗੁਰ ਕੇ ਹਮ ਅਨਸਰਹਿ। तो ਅਸੀਂ ਵੀ ਸਿੱਖ ਜਿਹੜੇ ਹਾਂ, ਦੇਖੋ ਕਿਤਨੀ ਵੱਡੀ ਅਵਸਥਾ ਹੈ, ਪਰ ਮਨ ਨੀਵਾ ਮਤ ਉੱਚੀ ਦੇ ਅਵਸਥਾ ਵਾਲੇ ਬਾਬਾ ਰਾਮ ਕੋਇਲ ਜੀ ਕਹਿੰਦੇ ਜਥਾ ਕਰਾਏ ਤਥਾ ਸੋ ਕਰਹਿ। ਜਿਵੇਂ ਸਤਿਗੁਰੂ ਕਰਾਉਂਦਾ ਅਸੀਂ ਉਵੇਂ ਕਰਦੇ ਹਾਂ, ਗੁਰੂ ਦੇ ਅਨੁਸਾਰ ਵਰਤਣਾ ਕਰਦੇ ਹਾਂ। ਹਮ ਸੋ ਚੰਦ ਕਛ ਕਰ ਸਕ ਨਾਹੀ ਸਦਾ ਚਲੇ ਗੁਰ ਆਗਿਆ ਮਾਹੀ। ਅਸੀਂ ਆਪਣੇ ਆਪ ਕੁਝ ਵੀ ਨਹੀਂ ਕਰ ਸਕਦੇ, ਇਹ ਤਾਂ ਗੁਰੂ ਜੋ ਕਰਾਉਂਦਾ ਅਸੀਂ ਉਹੀ ਕਰਦੇ ਹਾਂ, ਉਹਨਾਂ ਦੀ ਆਗਿਆ ਵਿੱਚ ਹੀ ਚੱਲਦੇ ਹਾਂ। ਇਮ ਕੇ ਨਵੇਂ ਮਾਤ ਕੋ ਕਰਕੇ ਗੁਰ ਡਿਗ ਆਇਓ ਉਰ ਬੁੱਧ ਧਰ ਕੇ। ਪ੍ਰਸ਼ਾਦਾ ਛਕ ਕੇ ਮਾਤਾ ਜੀ ਕੋਲੋਂ ਆਗਿਆ ਲੈ ਕੇ ਵਾਪਸ ਫਿਰ ਦੀਵਾਨ ਵਿੱਚ ਸਤਿਗੁਰਾਂ ਦੇ ਕੋਲ ਆ ਗਏ ਜੀ। ਦੋਹਰਾ ਬੈਠ
ਬੈਠਿਓ ਸ੍ਰੀ ਸਤਿਗੁਰ ਨਿਕਟ ਰਾਮ ਕੋਇਰ ਸ਼ੁਭ ਸੰਤ। ਸਤਿਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਆ ਮੱਥਾ ਟੇਕਿਆ ਤੇ ਸਾਹਮਣੇ ਬੈਠ ਗਏ ਹਨ। ਸਿੱਖੇ ਕੀ ਲక్ష్ਮੀ ਮਹਾ ਜਿਨ ਕੇ ਤਿਪਤ ਅਨੰਤ। ਔਰ ਜਿਨ੍ਹਾਂ ਦੇ ਘਰ ਸਿੱਖੀ ਦੀ ਮਾਇਆ, ਲక్ష్ਮੀ ਦਾ ਮਾਇਆ ਹੁੰਦੀ ਹੈ ਵੈਸੇ, ਪਰ ਸਿੱਖੀ ਕੀ ਲక్ష్ਮੀ ਭਾਵ ਸਿੱਖੀ ਦੀ ਸ਼ਕਤੀ, ਸਿੱਖੀ ਦੀ ਪਾਵਰ ਜਿਹੜੀ ਹੈ, ਬੇਅੰਤ ਸਿੱਖੀ ਜਿਨ੍ਹਾਂ ਦੇ ਵਿੱਚ ਸ਼ੁਭਾਈਮਾਨ ਹੈ, ਸ਼ੋਭ ਰਹੀ ਹੈ। ਸ੍ਰੀ ਗੁਰ ਪੁਸ਼ਰ ਪਰਸ਼ਨ ਕਰ ਸਾਰੇ ਕਿਰਪਾ ਦ੍ਰਿਸ਼ ਤੇ ਬਹੁ ਸਤਿਕਾਰੇ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਫੇਰ ਦੁਬਾਰਾ ਸੁਖ ਸੰਦ ਪੁੱਛੀ, ਹੋਰ ਅੰਮ੍ਰਿਤਸਰ ਦੇ ਇਲਾਕੇ ਦੀਆਂ ਵਿਚਾਰਾਂ ਕੀਤੀਆਂ। ਬੜਾ ਕਿਰਪਾ ਦ੍ਰਿਸ਼ਟੀ ਕਰਦੇ ਆ, ਪਿਆਰ ਸਤਿਕਾਰ ਕਰਦੇ ਹਨ। ਗੁਰ ਸਿੱਖੀ ਕੇ ਤੁਮ ਆਧਾਰੇ ਪਾਏ ਸੋ ਮਗ ਨਰ ਅਨਿਕ ਉਦਾਰੇ। ਬਾਬਾ ਜੀ ਤੁਸੀਂ ਗੁਰਸਿੱਖੀ ਦੇ ਆਧਾਰ ਆਸਰੇ ਹੋ, ਕਿਤਨੀ ਸੰਗਤਾਂ ਨੂੰ ਤੁਸੀਂ ਜੋੜ ਰਹੇ ਹੋ। ਗੁਰ ਸਿੱਖੀ ਸਾਗਰ ਬਿਨ ਪਾਰੇ ਸ਼ਰਧਾ ਕੋ ਨਿਸ਼ਚਾ ਬਰਬਾਰੇ। ਇਹ ਜਿਹੜਾ ਸੰਸਾਰ ਸਮੁੰਦਰ ਹੈ ਨਾ, ਸਿੱਖੀ ਵੀ ਇੱਕ ਸਮੁੰਦਰ ਹੈ। ਇਹ ਜੋ ਪਾਰ ਹੋਣ ਵਾਸਤੇ ਸ਼ਰਧਾ ਦੀ ਬੜੀ ਲੋੜ ਹੈ, ਨਿਸ਼ਚਾ ਭਰੋਸਾ ਚਾਹੀਦਾ ਹੈ, ਤਾਂ ਸਿੱਖੀ ਦੇ ਸਮੁੰਦਰ ਦੇ ਵਿੱਚੋਂ ਕੋਈ ਤੈਰ ਕੇ ਪਾਰ ਹੋ ਸਕਦਾ ਹੈ ਜੀ। ਸਤਿਨਾਮ ਸਿਮਰੋ ਨਿਰੰਤਰ ਨਿਸ ਦਿਨ ਉਠੇ ਤਰੰਗ ਸੁਅੰਤਰ। ਔਰ ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਰੋਜ਼ਾਨਾ ਸਿਮਰਨ ਕਰਦਾ ਸਤਨਾਮ ਦਾ, ਦਿਨ ਰਾਤ ਉਹਦੇ ਅੰਦਰ ਸਿੱਖੀ ਦੀਆਂ ਤਰੰਗਾਂ ਉੱਠਦੀਆਂ, ਜਿਵੇਂ ਸਮੁੰਦਰ ਵਿੱਚ ਲਹਿਰਾਂ ਉੱਠਦੀਆਂ ਹਨ। ਹਉਮੈ ਸੁਰਤ ਵਿਸਾਰਨ ਕਰਨੀ ਏ ਪਾਵਨਤਾ ਜਿਸ ਮੈਂ ਬਰਨੀ। ਔਰ ਫਿਰ ਉਹ ਤਰੰਗਾਂ ਸਮੁੰਦਰ ਵਿੱਚ ਤਰੰਗਾਂ ਉੱਠਦੀਆਂ ਹਨ, ਕਈ ਵਾਰੀ ਸਮੁੰਦਰੀ ਬੇੜਿਆਂ ਨੂੰ ਡੋਬ ਦਿੰਦੀਆਂ ਹਨ। ਇਹਦੇ ਵਿੱਚ ਤਰੰਗਾਂ ਉੱਠਦੀਆਂ ਹਉਮੈ ਦੀਆਂ, ਹੰਕਾਰ ਦੀਆਂ, ਕਾਮ ਲੋਭ ਮੋਹਕਾਰ ਦੀਆਂ। ਇਹਨਾਂ ਤਰੰਗਾਂ ਨੂੰ ਸਤਨਾਮ ਦਾ ਸਿਮਰਨ ਦਬ ਕੇ ਰੱਖਦਾ ਹੈ। ਪਰਮੇਸ਼ਰ ਕੋ ਕਿਰਤ ਬਲ ਪਾਵੈ ਸਦਾ ਅਗਾਧ ਪਨੋ ਦਰਸਾਵੈ। ਔਰ ਜਿਹੜਾ ਇਹਨਾਂ ਤਰੰਗਾਂ ਨੂੰ ਦਬ ਕੇ ਰੱਖਦਾ, ਇੱਕ ਪ੍ਰੀਤਮ ਦਾ ਬਚਨ ਹੈ ਦਸਵੇਂ ਸਤਿਗੁਰਾਂ ਦਾ, ਖਾਲਸਾ ਸੋਈ ਜੋ ਕਰੇ ਨਿਤ ਜੰਗ, ਖਾਲਸਾ ਸੋਈ ਜੋ ਚੜ੍ਹੇ ਤੁਰੰਗ। ਇੱਥੇ ਤੁਰੰਗ ਦਾ ਮਤਲਬ ਘੋੜੇ ਤੋਂ ਵੀ ਹੈ, ਪਰ ਦੂਸਰਾ ਮਤਲਬ ਹੈ ਜਿਹੜਾ ਮਨ ਦੀਆਂ ਲਹਿਰਾਂ ਤੇ ਕਾਬੂ ਪਾ ਕੇ ਰੱਖੇ। ਜਿਵੇਂ ਘੋੜੇ ਨੂੰ ਕਾਬੂ ਕਰਨਾ ਔਖਾ ਹੈ, ਇਵੇਂ ਮਨ ਵੀ ਸਾਡੇ ਅੰਦਰ ਬਹੁਤ ਸਾਰੀਆਂ ਛਾਲਾਂ ਮਾਰਦਾ ਹੈ, ਤੇ ਖਾਲਸਾ ਜਿਹੜਾ ਇਸ ਨੂੰ ਕਾਬੂ 'ਚ ਰੱਖਦਾ ਉਹੀ ਖਾਲਸਾ ਹੈ। ਜੰਗ ਦਾ ਮਤਲਬ ਇਹਨਾਂ ਪੰਜਾਂ ਦੇ ਨਾਲ ਅੰਦਰ ਜੰਗ ਹੁੰਦੀ ਹੈ। ਮਨ ਇਹਨਾਂ ਦੇ ਕਾਰਨ ਭਟਕਦਾ, ਇੱਧਰ ਉੱਧਰ ਭੱਜਦਾ, ਤੇ ਜਿਹੜਾ ਸਿੱਖ ਹੈ ਸਿੱਖੀ ਦੇ ਵਿੱਚ ਚੱਲਦਾ ਹੋਇਆ ਕੋਈ ਇਹਨੂੰ ਮੋੜ ਕੇ ਫਿਰ ਕਿਨਾਰੇ ਤੇ ਲਿਆਉਂਦਾ। ਇਸ ਕਰਕੇ ਜਿਨ੍ਹਾਂ ਨੇ ਇਸ ਮਨ ਦੇ ਮੂੰਹ ਵਿੱਚ ਗੁਰੂ ਦੇ ਸ਼ਬਦ ਦਾ ਕੜਿਆਲਾ ਪਾਇਆ ਹੋਇਆ, ਕੜਿਆਲੇ ਬਿਨਾਂ ਘੋੜਾ ਕਾਬੂ ਨਹੀਂ ਆਉਂਦਾਗਾ। ਮੂੰਹ ਵਿੱਚ ਲੋਹੇ ਦਾ ਇੱਕ ਪੀਸ ਪਾਇਆ ਹੁੰਦਾ ਸੰਗਲੀ, ਉਹਦੇ ਨਾਲ ਦੋ ਲਗਾਮਾਂ ਬੰਨੀਆਂ ਹੁੰਦੀਆਂ, ਤੇ ਗੁਰੂ ਪਿਆਰਿਓ ਮੂੰਹ ਜੋੜ ਘੋੜੇ ਨੂੰ ਉਹ ਕੜਿਆਲੇ ਨਾਲ ਹੀ ਖਿੱਚਿਆ ਜਾ ਸਕਦਾ ਹੈ। ਇਸੇ ਤਰ੍ਹਾਂ ਮੂੰਹ ਜੋੜ ਮਨ ਰੂਪੀ ਘੋੜੇ ਨੂੰ ਸ਼ਬਦ ਰੂਪੀ ਕੜਿਆਲੇ ਨਾਲ ਹੀ ਕਾਬੂ ਕੀਤਾ ਜਾ ਸਕਦਾ। ਕੋ ਸਤਿਨਾਮ। ਇਸ ਕਰਕੇ ਜਦੋਂ ਕੋਈ ਏਦਾਂ ਚੱਲਦਾ ਹੈ, ਪਰਮੇਸ਼ਰ ਕੋ ਕਿਰਤ ਭਲ ਭਾਵੈ, ਉਹਨੂੰ ਪਰਮੇਸ਼ਰ ਦੇ ਕੀਤੇ ਕੰਮ ਵੀ ਚੰਗੇ ਲੱਗਦੇ ਆ, ਭਾਵ ਪਰਮੇਸ਼ਰ ਜੋ ਕਰਦਾ ਠੀਕ ਕਰਦਾ ਹੈ, ਸਦਾ ਅਗਾਧ ਪੜੋ ਦਰਸਾਵੇ, ਉਹਨੂੰ ਹਮੇਸ਼ਾ ਪਰਮੇਸ਼ਰ ਵਿਸ਼ਾਲ ਦਿਖਾਈ ਦਿੰਦਾ ਜੀ। ਸ੍ਰੀ ਨਾਨਕ ਅਰਦਸਮ ਸਰੂਪ ਦਿਨ ਬੇਦਾ ਦੇਵ ਲਖੋ ਰੂਪ। ਉਹ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਤੱਕ ਦੋਨੇ ਸਰੂਪਾਂ ਨੂੰ ਇੱਕ ਮੰਨਦਾ ਹੈ। ਸਮਦਾ ਵਿਦਿਆ ਧਰਮ ਸੁਚ ਸ਼ਾਂਤੀ ਰਹਿਤ ਰਾਖਨੀ ਗੁਰਮਤਿ ਭਾਤੀ। ਔਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਾਨੋ ਸਿੱਖੀ ਸਮੁੰਦਰ ਦੇ ਦੋਨੇ ਪਾਸੇ ਕਿਨਾਰੇ ਹਨ, ਜਿਨ੍ਹਾਂ ਨੇ ਸਿੱਖੀ ਨੂੰ ਕੰਟਰੋਲ ਕੀਤਾ। ਸ਼ੁਰੂਆਤ ਬਾਬੇ ਨਾਨਕ ਨੇ ਕੀਤੀ ਔਰ ਸੰਪੂਰਨਤਾ ਦਸਵੇਂ ਜਾਮੇ ਵਿੱਚ ਜਾ ਕੇ ਹੋਈ। तो इस करके नानक गुरु गोबिंद सिंह पूर्ण गोरे अवतार जगमग जोत विराज रही। श्री अबचल नगर मझार ये भी कह देंगे हैं, श्री गुरु ग्रंथ मझार ये भी कहते हैं, दोनों गल्लां सही है। इस करके उन्होंने नानक अते दसवें गुरु विच कोई फर्क नहीं दिखता, सिक्खी दे दोने मानो किनारे हन। सीमा सोचता मुदता प्रीता एनद नदी मिले जसनीता। और इस तरह समदम दया धर्म सुख शांति उन्हां दे अंदर समदृष्टि आ जाती है। कई मूर्ख लोग कह देंगे हैं भी यार गुरु नानक तो ठीक सी, माला दे नाल काम चलाउंदा रहा ते गुरु गोबिंद सिंह ने ठीक नहीं किया, शास्त्र चका के जंगी करता रहा।
ਤਾਂ ਇਹ ਗੱਲ ਕਿਤੇ ਇੱਕ ਵਾਰ ਮਹਾਤਮਾ ਗਾਂਧੀ ਨੇ ਵੀ ਕਹਿ ਦਿੱਤੀ ਸੀ 10ਵੇਂ ਪਾਤਸ਼ਾਹ ਜੀ ਨੂੰ। ਤੇ ਫਿਰ ਗੁਰੂ ਪਿਆਰਿਓ ਗੁਰੂ ਕਾ ਸਿੱਖ ਪਹੁੰਚਿਆ ਉਹਦੇ ਕੋਲ ਭਰੇ ਦੀਵਾਨ ਵਿੱਚ, ਕਹਿਣ ਲੱਗਿਆ ਮੈਂ 2 ਮਿੰਟ ਲੈਣੇ ਆ। ਤੇ ਕਹਿਣ ਲੱਗੇ ਦਿਓ ਜੀ ਇਹਨਾਂ ਨੂੰ ਵੀ 2 ਮਿੰਟ। ਤਾਂ ਸਾਡਾ ਲਿਖਾਰੀ ਹੈ ਭਾਈ ਦਿੱਤ ਸਿੰਘ, ਤਾਂ ਦਿੱਤ ਸਿੰਘ ਪਹੁੰਚਿਆ ਤੇ ਉਸ ਨੇ ਜਾ ਕੇ ਫਿਰ ਉੱਥੋਂ ਮੈਗ ਤੇ ਖੜ ਕੇ ਕਿਹਾ ਕਿ ਗਾਂਧੀ ਜੀ ਤੁਸੀਂ ਇੱਕ ਦਿਨ ਬਚਨ ਕੀਤਾ ਸੀਗਾ ਕਿ ਬਾਬਾ ਨਾਨਕ ਤਾਂ ਠੀਕ ਸੀਗਾ, ਮਾਲਾ ਦੇ ਨਾਲ ਕੰਮ ਚਲਾਉਂਦਾ ਰਿਹਾ ਤੇ ਗੁਰੂ ਗੋਬਿੰਦ ਸਿੰਘ ਠੀਕ ਨਹੀਂ ਸੀ, ਜੰਗਾਂ ਜੁੱਦਾਂ ਕਰਦਾ ਰਿਹਾ। ਕਿਉਂ ਕਿਹਾ? ਕਹਿੰਦੇ ਜੀ ਇਹ ਮੈਂ ਸਹੀ ਗੱਲ ਕਹੀ ਆ। ਕਹਿੰਦੇ ਸਹੀ ਕਹੀ ਆ? ਕਹਿੰਦੇ ਹਾਂ। ਤੁਸੀਂ ਰਾਮ ਨੂੰ ਕੀ ਸਮਝਦੇ ਹੋ? ਜੀ ਰਾਮ ਨੂੰ ਅਸੀਂ ਆਪਣਾ ਦੇਵਤਾ ਗੁਰੂ ਮੰਨਦੇ ਆ। ਕ੍ਰਿਸ਼ਨ ਨੂੰ ਕੀ ਸਮਝਦੇ ਹੋ? ਕਹਿੰਦੇ ਉਹਨਾਂ ਨੂੰ ਵੀ ਗੁਰੂ ਮੰਨਦੇ ਆ। ਤੇ ਗੀਤਾ ਨੂੰ? ਕਹਿੰਦੇ ਗੀਤਾ ਨੂੰ ਅਸੀਂ ਮਾਂ ਮੰਨਦੇ ਆ। ਕ੍ਰਿਸ਼ਨ ਜੀ ਨੇ ਉਚਾਰਨ ਕੀਤੀ ਗੀਤਾ ਮਾਤਾ ਸਾਡੀ। ਕਹਿੰਦੇ ਗੀਤਾ ਤੁਹਾਡੀ ਉਚਾਰਨ ਕਿੱਥੇ ਹੋਈ? ਕਹਿੰਦਾ ਜੰਗ ਦੇ ਮੈਦਾਨ 'ਚ। ਕਹਿੰਦਾ ਉੱਥੇ ਕੀ ਸ਼ਾਸਤਰ ਸੀ ਕਿ ਮਠਿਆਈਆਂ ਸੀ? ਕਹਿੰਦਾ ਜੀ ਸ਼ਾਸਤਰੀ ਸਨ। ਫਿਰ ਦੱਸ ਜਿਹੜਾ ਕ੍ਰਿਸ਼ਨ ਗੀਤਾ ਨੂੰ ਜੰਗ ਦੇ ਮੈਦਾਨ 'ਚ ਉਚਾਰਨ ਕਰਦਾ ਗਿਆਨ ਦਿੰਦਾ ਹੋਇਆ, ਫਿਰ ਤੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਭੁਲੱਕੜ ਕਹਿ ਰਿਹਾ, ਤੇਰਾ ਕ੍ਰਿਸ਼ਨ ਵੀ ਭੁਲੱਕੜ। ਕਹਿੰਦੇ ਜੀ ਗਲਤੀ ਹੋ ਗਈ, ਗੁਰੂ ਗੋਬਿੰਦ ਸਿੰਘ ਨੂੰ ਤੂੰ ਇਹ ਬਹੁਤ ਵੱਡਾ ਬਚਨ ਗਲਤ ਕਿਹਾ। ਮਾਫੀ ਮੰਗ ਖੜੀ ਸੰਗਤ ਦੇ ਵਿੱਚ ਬੈਠੀ ਤੇ ਖੜਾ ਹੋ ਕੇ। ਫਿਰ ਉਹਨੇ ਉੱਥੇ ਹੀ ਸਪਸ਼ਟੀਕਰਨ ਕੀਤਾ ਕਿ ਨਹੀਂ, ਸਮੇਂ ਦੀ ਲੋੜ ਹੁੰਦੀ ਆ, ਸਮੇਂ ਦੇ ਮੁਤਾਬਕ ਹੀ ਅਵਤਾਰਾਂ ਨੂੰ ਵਰਤਣਾ ਪੈਂਦਾ। ਇਹ ਮੇਰੀ ਗਲਤੀ ਸੀਗੀ। ਫਿਰ ਉਹਨੇ ਉੱਥੇ ਮਾਫੀ ਮੰਗੀ। ਦਿੱਤ ਸਿੰਘ ਨੇ ਜਾ ਕੇ ਉਹਨੂੰ ਇਹ ਬਚਨ ਵਾਪਸ ਕਰਾਇਆ ਵੀ ਵਾਪਸ ਲਾਇਆ ਦਾ ਬਚਨ ਬਈ ਗੁਰੂ ਗੋਬਿੰਦ ਸਿੰਘ ਭੁਲੱਕੜ ਨਹੀਂ। ਉਹ ਮੌਕੇ ਸੀ ਤਲਵਾਰ ਚੱਕਣ ਦਾ। ਚੌਕਾਰ ਅਜਾ ਹਮੀਲ ਤੇ ਦਰਗ ਜਸਤ ਹਲਾਲ ਅਸਤ ਮੁਰਦਨ ਦਾ ਸ਼ਮਸ਼ੀਰ ਦਸਤ। ਜਦੋਂ ਕੋਈ ਹੱਥ ਬੰਨਿਆ ਨਾ ਮੰਨੇ, ਪ੍ਰੇਮ ਨਾਲ ਸਮਝਾਇਆ ਨਾ ਮੰਨੇ, ਜਿਵੇਂ ਪਿਛਲੇ ਲਗਭਗ 6 ਮਹੀਨਿਆਂ ਤੋਂ ਇਹ ਗੁਰੂ ਕੀ ਫੌਜਾਂ ਜਿਹੜੀਆਂ ਦਿੱਲੀ ਜਾ ਕੇ ਬੈਠੀਆਂ ਇਹ ਮੰਨ ਨਹੀਂ ਰਿਹਾ, ਤੇ ਫਿਰ ਕਿਵੇਂ ਮੰਨੂਗਾ? ਫਿਰ 10ਵੇਂ ਪਾਤਸ਼ਾਹ ਜਾਣਨ ਚੌਕਾਰ ਅਜਾ ਹਮੀਲ ਤੇ ਦਰਗ ਜਸਤ ਹਲਾਲ ਅਸਤ ਮੁਰਦਨ ਦਾ ਸ਼ਮਸ਼ੀਰ ਦਸਤ। ਫਿਰ ਤਲਵਾਰ ਚੱਕਣੀ ਜਾਇਜ਼ ਹੋ ਜਾਂਦੀ ਆ। 10ਵੇਂ ਪਾਤਸ਼ਾਹ ਜੀ ਨੇ ਕਿਹਾ ਇਸ ਕਰਕੇ ਇੱਥੇ ਦੱਸ ਰਿਹਾ ਸਤਿਗੁਰੂ ਇੱਕ ਗਿਆਨ ਦੇ ਰਹੇ ਸਾਨੂੰ ਕਿ ਜਦੋਂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੋਨਾਂ ਨੂੰ ਅਸੀਂ ਇੱਕੋ ਨਜ਼ਰ ਨਾਲ ਦੇਖ ਕੇ ਉਹਨਾਂ ਦੇ ਕੀਤੇ ਕੌਤਕਾਂ ਨੂੰ ਸਮਝਾਂਗੇ ਤਾਂ ਸਮਝੋ ਸੰਸਾਰ ਜੰਗਲ ਦੇ ਵਿੱਚੋਂ ਨਿਕਲਣ ਦੇ ਵਾਸਤੇ ਸਾਨੂੰ ਇੱਕ ਰਸਤਾ ਮਿਲ ਜਾਵੇਗਾ। ਸਮਦਮ ਦਇਆ ਧਰਮ ਸੋ ਸ਼ਾਂਤੀ ਰਹਿਤ ਰੱਖਣੀ ਗੁਰਮਤਿ ਭੰਤੀ। ਗੁਰਮਤਿ ਅਨੁਸਾਰ ਚੱਲਣਾ, ਰਹਿਤ ਰੱਖਣੀ, ਸਮ ਦ੍ਰਿਸ਼ਟੀ ਰੱਖਣੀ, ਦਇਆ ਰੱਖਣੀ, ਇਹ ਧਰਮ ਦਾ ਮੂਲ ਹੈ। ਸੀਮਾ ਸੋਚਤਾ ਮੁਦਤਾ ਪ੍ਰੀਤਾ ਇਹ ਨਦ ਨਦੀ ਮਿਲੇ ਜਿਸ ਨੀਤ। ਔਰ ਜਿਨ੍ਹਾਂ ਦੇ ਅੰਦਰ ਇਹ ਗੁਣ ਹਨ ਸ਼ਿਮਾ ਸੁਚਮਤਾ ਮਿਠਾਸ ਪ੍ਰੇਮ ਆਦਿ ਜੋ ਪਾਣੀ ਦੇ ਵਿੱਚ ਗੁਣ ਹੁੰਦੇ ਹਨ, ਇਹ ਮਾਨੋ ਨਦੀ ਦੇ ਗੁਣ ਹਨ, ਸਿੱਖ ਦੇ ਵਿੱਚ ਸਿੱਖੀ ਦੇ ਗੁਣ। ਸਿੱਖ ਸੰਤ ਜਨ ਜੰਤ ਅਪਾਰਾ ਮਨ ਆਦ ਜੇ ਅਹੇ ਉਦਾਰਾ। ਸਿੱਖ ਸੰਤ ਜਿਹੜੇ ਜਲ ਜੰਤੂ ਹਨ, ਗੁਰੂ ਨਾਨਕ ਦੇ ਸਮੁੰਦਰ ਦੇ ਸਿੱਖੀ ਦੇ ਸਮੁੰਦਰ ਦੇ ਜਲ ਜੰਤੂ ਜੀਵ ਜੰਤੂ ਆ ਸਾਰੇ ਸਿੱਖ। ਜਿਵੇਂ ਮੱਛੀਆਂ ਆਦਿ ਰਹਿੰਦੀਆਂ ਹਨ ਉਹਦੇ ਵਿੱਚ, ਅਸੀਂ ਸਿੱਖੀ ਦੇ ਸਮੁੰਦਰ 'ਚ ਰਹਿੰਦੇ ਆ। ਨਾਨਕ ਤਾਪਤ ਜਿਨ ਕੋ ਕਬ ਨਾਹੀ ਦੁਖ ਸੁਖ ਮੇ ਜੋ ਤਜ ਨ ਸਕਾਹੇ। ਉਹਨਾਂ ਨੂੰ ਨਦੀ ਵਿੱਚ ਗਰਮੀ ਨਹੀਂ ਲੱਗਦੀ, ਸਾਲਾਂ ਨੂੰ ਸਿੱਖੀ 'ਚ ਰਹਿਣ ਕਰਕੇ ਦੁੱਖ ਜਿਹੜੇ ਹਨ ਦੁੱਖ ਨਹੀਂ ਲੱਗਦੇ, ਨਰਕਾਂ ਦੀ ਤਪਸ਼ ਵੀ ਨਹੀਂ ਲੱਗਦੀ ਉਹਨਾਂ ਨੂੰ। ਅਸਗੁਰ ਸਿੱਖੀ ਜਲ ਦਿਸ ਕਾਸਾ ਬੰਸ ਤੁਮਾਰੋ ਚੰਦ ਪ੍ਰਕਾਸ਼ਾ। ਬਾਬਾ ਬੁੱਢਾ ਜੀ ਦੇ ਸੁਪੁੱਤਰ ਰਾਮ ਕੋਇਲ ਜੀ, ਇਹ ਸਿੱਖੀ ਵੱਡਾ ਸਾਗਰ ਹੈ ਤੇ ਤੁਸੀਂ ਇਹਦੇ ਵਿੱਚ ਚੰਦਰਮਾ ਦੀ ਨਿਆਈ ਚਮਕਦੇ ਹੋ। ਚੰਦਰਮਾ ਉੱਪਰ ਜਗਦਾ ਨਾ, ਥੱਲੇ ਪਾਣੀ ਵਿੱਚ ਵੀ ਦਿਖਾਈ ਦਿੰਦਾ। तो बाबा बुढ़ा जी की वंश जी है ये सिक्खी दे विच चंद्रमा की न्याई चमकदी है। बुढ़ा पिओ महात्मा छो बेकार नरेश। धन है तुहाडी वंश जिन्हां विच बाबा बुढ़ा जी होए, जिन्हां दे लेश मात्र भी कोई विकार पैदा नहीं होया, कोई माड़ा ख्याल पैदा नहीं होया, कदे ये भी ख्याल नहीं पैदा होया कि अगला गुरु मैं ना बना, कभी ये भी दिमाग विच नहीं आया। सदा एक रस में रहो अपरन हते कलेश। एक रस रहना कीता, 6 गुरुओं की सेवा कीती और अपने ही नहीं होरां दे कलेश भी खत्म कीते। राम को ऐर सुन बंस बढ़ाई, मस्तक टेक्यो गरीब निभाई। राम को ऐर कहंदे बस करो महाराज बस करो, हुण मैथों सुनी नहीं जाती इन्नी वडियाई, क्योंकि ज्यादा वडियाई भी कई बार झल्ली नहीं जाती। नमस्कार करदी है, मत्था टेकदे है,
राम को ऐर सुन बंस बढ़ाए मस्तक टेक्यो गरीब निभाए ਮੱਥਾ ਟੇਕਿਆ ਕਹਿੰਦੇ ਮਹਾਰਾਜ मनो लाज को पारू दारा सयो न जाए थिरो बल पारा ਬਸ ਮਹਾਰਾਜ ਇੰਨੀ ਵਡਿਆਈ ਮੈਥੋਂ ਝੱਲੀ ਨਹੀਂ ਜਾਂਦੀ ਕਿਤੇ ਮੇਰਾ ਸਮੁੰਦਰੀ ਵੇਲੇ ਜਾਦੇ ਭਾਰ ਨਾ ਹੋ ਜਾਵੇ ਵਡਿਆਈ ਦਾ हिम करके सन्मान कनेरा दीनस शुभ मंदिर में डेरा ਬੜਾ ਸਤਿਕਾਰ ਕੀਤਾ ਸ਼ਾਮਾਂ ਪੈ ਗਈਆਂ ਪਾਤਸ਼ਾਹ ਕਹਿੰਦੇ ਜਾਓ ਬਾਬਾ ਜੀ ਨੂੰ ਫਲਾਣੇ ਕਮਰੇ ਵਿੱਚ ਆਰਾਮ ਕਰਾਓ ਭਾਈ दिवस चार में संगत सारी प्राप्त पै सुब्रत होई पारे ਉਹ ਜਿਹੜੀ ਸੰਗਤ ਮਗਰ ਚੱਲੀ ਸੀ ਹੌਲੀ ਹੌਲੀ ਉਹ ਵੀ ਪਹੁੰਚ ਗਈ 2 ਦਿਨਾਂ ਦੇ ਵਿੱਚ ਫਿਰ ਸਾਰੇ ਇਕੱਠੇ ਹੋ ਗਏ ਉਸ ਤੋਂ ਬਾਅਦ ਕੀ ਹੁੰਦਾ ਹੈ ਆਪਾਂ ਕੱਲ ਨੂੰ ਸਰਵਣ ਕਰਾਂਗੇ ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਨੇ ਅੱਖਰ ਬਾਅਦ ਘੱਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ हे अच्युत हे पार ब्रह्म अविनाशी अगनास हे पूरन हे सर्व दुख पंचन गुणतास हे संगी हे निरंकार हे निर्गुण सब टेक हे गोविंद हे गुण निधान जाके सदा विवेक हे अपरंपर हर हरे बनहार हे संत कै सदा संग दीदारा आधार हे ठाकुर हो दास रो मैं निर्गुण गुण नहीं कोई नानक दीजय नाम दान राखो ये परोए आए प्रभ शरणागति कृपा निध दयाल एक अखर हर मन बसत नानक होत निहाल एक ओंकार सतगुरु प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की फतेह। बहुत बहुत धन्यवाद समर्थ संगतां जिन्हां ने हाਜ਼ਰੀਆਂ ਪਾਈਆਂ ਮੁझे ਸਰਵਣ ਕੀਤਾ ਜੀ।